ਵਾਹਿਗੁਰੂ 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 ਵਾਹਿਗੁਰੂ। ਰਾਗ ਸੋਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਾਰ ਦੇਖਣ ਕੈ ਤਾਈ। ਕਿਰਪਾ ਕਰ ਹੈ ਤਾ ਸਰਗੁਰ ਮਿਲ ਹੈ। ਹਰ ਹਰ ਨਾਮ ਧਿਆਈ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹਾਂ ਤਿਸ ਪਾਪ ਵਿਚਾਈ ਦਰਸ਼ਨ ਹਾਰ ਦੇਖਣ ਕੈ ਤਾਈ। ਕਿਰਪਾ ਕਰ ਹੈ ਤਾਂ ਸਰਗੁਰ ਮਿਲੈ। ਹਰ ਹਰ ਨਾਮ ਧਿਆਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤਰ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਜੋ ਚੱਲ ਰਹੀ ਪੁਰਾਤਨ ਮਰਜ਼ਾਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਸੋ ਸਾਧ ਸੰਗਤ ਜੀ, ਸ੍ਰੀ ਮੁਖ ਵਾਕ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਇਹ ਦਿਹਾੜਾ ਪੌਂਟਾ ਸਾਹਿਬ ਦੇ ਖੂਨੀ ਸ਼ਹੀਦੀ ਸਾਕੇ ਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪ ਗੁਰੂ ਜੈਸੀਆਂ ਸੰਗਤਾਂ ਦੇ ਮਹਾਨ ਸਹਿਯੋਗ ਦੇ ਸਦਕਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸ ਸਾਕੇ ਦੇ ਸੰਬੰਧ ਵਿੱਚ ਵੀ ਕੁਝ ਕੁ ਵਿਚਾਰਾਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਅਤੀ ਜ਼ਰੂਰੀ ਹਨ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਇਹ ਸਾਕੇ ਵਾਪਰੇ ਨੇ ਇਹਨਾਂ ਦਾ ਕਾਰਨ ਕੀ ਸੀ, ਕਿਸ ਵਾਸਤੇ ਗੁਰੂ ਦੀਆਂ ਸਿੰਘਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਆਪਣੇ ਖੂਨ ਵਹਾਏ, ਕਿਵੇਂ ਗੁਰ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਦੇ ਸਾਡੇ ਸਿੱਖ ਕੌਮ ਪੰਥ ਦੇ ਪਾਸ ਆਏ ਹਨ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਸਮੁੱਚੇ ਗੁਰ ਅਸਥਾਨਾਂ ਦਾ ਪ੍ਰਬੰਧ ਉਸ ਵੇਲੇ ਆ ਚੁੱਕਿਆ ਸੀ, 1964 ਈਸਵੀ ਦੇ ਵਿੱਚ ਪੌਂਟਾ ਸਾਹਿਬ ਦਾ ਜਿਹੜਾ ਪਾਵਨ ਅਸਥਾਨ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 52 ਕਵੀ ਆਪਣੇ ਪਾਸ ਰੱਖੇ, ਜਿੱਥੇ ਸਤਿਗੁਰੂ ਰਹਿਮਤਾਂ ਦੇ ਘਰ ਵਿੱਚ ਆ ਕਰਕੇ ਦਸਤਾਰਾਂ ਦੁਮਾਲਿਆਂ ਦੇ ਮੁਕਾਬਲੇ ਕਰਵਾਉਂਦੇ, ਗੁਰਸਿੱਖਾਂ ਨੂੰ ਫਿਰ ਇਨਾਮ ਦਿਆ ਕਰਦੇ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਸ਼ੇਰਾਂ ਦੇ ਸ਼ਿਕਾਰ ਕੀਤੇ, ਜਿੱਥੇ ਨੰਦੌਣ ਦਾ ਜੰਗ ਸਤਿਗੁਰੂ ਪਾਤਸ਼ਾਹ ਨੇ ਫਤਿਹ ਕੀਤਾ ਤੇ ਘਰ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਦੀ ਪਾਵਨ ਕੁੱਖ ਤੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਜੰਗ ਜਿੱਤ ਕੇ ਆਏ ਨੇ ਤੇ ਖੁਸ਼ੀ ਦੇ ਵਿੱਚ ਨਾਮ ਅਜੀਤ ਸਿੰਘ ਰੱਖਿਆ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸ ਨਗਰੀ ਦੇ ਵਿੱਚ ਸਤਿਗੁਰਾਂ ਨੇ ਆਪਣੇ ਪਾਂਵ ਚਰਨ ਟਿਕਾਏ ਨੇ, ਪੌਂਟਾ ਸਾਹਿਬ ਨਾਮ ਕਰਕੇ ਇਹ ਨਗਰ ਪ੍ਰਸਿੱਧ ਹੋਇਆ। ਕਿਲਾ ਸਤਿਗੁਰਾਂ ਨੇ ਤਿਆਰ ਕਰਵਾਇਆ, ਉਸ ਕਿਲੇ ਦੇ ਅੰਦਰ ਸਤਿਗੁਰਾਂ ਨੇ ਜੰਗ ਫਤਿਹ ਕੀਤੇ। ਬੇਅੰਤ ਚੋਜ ਜਿੱਥੇ ਸਤਿਗੁਰਾਂ ਨੇ ਕੀਤੇ, ਉੱਥੇ ਦਸਮ ਗ੍ਰੰਥ ਸਾਹਿਬ ਦੀ ਮਹਾਨ ਜਿਹੜੀ ਗੁਰਬਾਣੀ ਕਲਗੀਧਰ ਪਿਤਾ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਇਸ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ। ਜਿਸ ਦਸਮ ਗ੍ਰੰਥ ਦੀ ਸੰਪੂਰਨਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਸਤਿਗੁਰੂ ਕਰਦੇ ਨੇ। ਜਫਰਨਾਮਾ ਦੀਨੇ ਕਾਂਗੜ ਤੋਂ ਜਾ ਕਰਕੇ ਲਿਖਦੇ, ਉਸ ਨੂੰ ਦਰਜ ਕੀਤਾ ਗਿਆ। ਫਿਰ ਇਸ ਦਸਮ ਗ੍ਰੰਥ ਦੀ ਸਮੁੱਚੀ ਕਥਾ ਨਗੀਨਾ ਘਾਟ ਵਿਖੇ ਜਾ ਕੇ ਕਲਗੀਧਰ ਪਿਤਾ ਸਤਿਗੁਰਾਂ ਨੇ ਸਮੁੱਚੇ ਸਿੰਘਾਂ ਨੂੰ ਸੁਣਾਈ, ਇਸ ਦੇ ਅਰਥ ਕਰਕੇ ਸਮਝਾਏ। ਐਸੀਆਂ ਜਿਹੜੀਆਂ ਦੇਣਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਿੰਨੇ ਗੁਰ ਅਸਥਾਨ ਬਣੇ ਨੇ, ਇਹਨਾਂ ਦਾ ਪ੍ਰਬੰਧ ਸਾਧ ਸੰਗਤ ਜੀ ਉਸ ਵੇਲੇ ਦੋ ਸਕੇ ਭਰਾ ਮਹੰਤਾਂ ਦੇ ਕੋਲ ਸੀ। ਵੱਡੇ ਦਾ ਨਾਮ ਜਿਹੜਾ ਸਾਧ ਸੰਗਤ ਗੁਰਦਿਆਲ ਤੇ ਛੋਟੇ ਦਾ ਨਾਮ ਬਲਦੇਵ ਸੀ। ਇਹਨਾਂ ਨੇ ਜਿੰਨੇ ਵੀ ਗੁਰ ਸਥਾਨਾਂ ਦੀਆਂ ਗੋਲਕਾਂ ਦਾ ਧਨ ਹੋਣਾ, ਜੋ ਵੀ ਪਦਾਰਥ ਹੋਣੇ, ਸਾਰੇ ਆਪਣੇ ਪਰਿਵਾਰ ਘਰ ਵਿੱਚ ਸਾਂਭ ਲੈਣੇ। 600 ਬਿੱਗੇ ਜ਼ਮੀਨ ਸੀ ਅਸਥਾਨ ਦੀ ਤੇ ਇਹ ਵੀ ਸਾਰਾ ਇਹਨਾਂ ਦੇ ਕਬਜ਼ੇ ਵਿੱਚ ਸੀ। ਇੱਥੋਂ ਦੇ ਜਿਹੜੇ ਕੁਝ ਖਾਣ ਪੀਣ ਵਾਲੀਆਂ ਜੁੰਡਲੀਆਂ ਸਨ, ਉਹ ਇਹਨਾਂ ਦੀ ਕੁਝ ਹਮਾਇਤ ਕਰਦੇ ਸਨ, ਪਰੰਤੂ ਗੁਰੂ ਕਲਗੀਧਰ ਪਿਤਾ ਸਤਿਗੁਰੂ ਮਹਾਰਾਜ ਜੀ ਨੂੰ ਸਮਰਪਿਤ ਜਿਹੜੀਆਂ ਸੰਗਤਾਂ ਭਾਵਨਾ ਵਾਲੀਆਂ, ਉਹਨਾਂ ਦੇ ਹਿਰਦੇ ਬਲੂੰਦਰੇ ਪਏ ਸਨ। ਕੋਈ ਪੇਸ਼ ਨਹੀਂ ਜਾਂਦੀ ਸੀ, ਕੋਈ ਜ਼ੋਰ ਨਹੀਂ ਚੱਲਦਾ ਸੀ, ਕਿਵੇਂ ਇਹਨਾਂ ਮਹੰਤਾਂ ਤੋਂ ਗੁਰੂ ਦਾ ਸਥਾਨ ਪੌਂਟਾ ਸਾਹਿਬ ਆਜ਼ਾਦ ਕਰਵਾਇਆ ਜਾਵੇ। ਸਮੁੱਚੇ ਇਲਾਕੇ ਦੀਆਂ ਭਾਵਨਾ ਵਾਲੀਆਂ ਸੰਗਤਾਂ ਦੇ ਵੱਲੋਂ ਕੁਝ ਮੁਖੀ ਗੁਰਸਿੱਖ ਉੱਥੋਂ ਤਿਆਰ ਹੋਏ ਨੇ। ਇਹ ਸਾਧ ਸੰਗਤ ਜੀ ਜਿੱਥੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ, ਵੱਡੇ ਮਹਾਂਪੁਰਖ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ, ਉਹਨਾਂ ਦੇ ਕੋਲ ਆ ਕਰਕੇ ਬੇਨਤੀ ਕਰਨ ਲੱਗੇ ਕਿ ਮਹਾਂਪੁਰਖੋ, ਆਪ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ, ਲਾਡਲੀਆਂ ਫੌਜਾਂ ਹੋ, ਤੁਸੀਂ ਕਿਰਪਾ ਕਰੋ ਉਹ ਜਿਹੜਾ ਪੌਂਟਾ ਸਾਹਿਬ ਸਥਾਨ ਹੈ, ਸੰਗਤਾਂ ਦੀ ਮੰਗ ਹੈ
ਕਿ ਇਹਨਾਂ ਮਹਾਨਤਾਂ ਦੀ ਜੁੰਡਲੀ ਦੇ ਵਿੱਚੋਂ ਆਜ਼ਾਦ ਕਰਵਾਇਆ ਜਾਵੇ। ਖਾਲਸੇ ਪੰਥ ਦੇ ਹੱਥਾਂ ਵਿੱਚ ਇਹ ਸਾਰਾ ਪ੍ਰਬੰਧ ਹੋਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਨਾਲੇ ਵਿਥਿਆ ਸੁਣਾਈ ਤੇ ਮਹਾਨਤਾਂ ਦੇ ਕਾਰਨਾਮੇ ਮਹਾਂਪੁਰਖਾਂ ਨੂੰ ਸੁਣਾਏ, ਸੁਣਦਿਆਂ ਸੁਣਦਿਆਂ ਨੇਤਰਾਂ ਵਿੱਚੋਂ ਬੈਰਾਗ ਦੇ ਆਂਸੂ ਮਹਾਂਪੁਰਖਾਂ ਦੇ ਕਿਰਨ ਲੱਗ ਪਏ। ਨਾਮ ਸਿਮਰਨ ਵਾਲੀ ਜਿਹੜੀ ਰੂਹ ਹਿਰਦਾ ਪਵਿੱਤਰ ਹੋ ਜਾਂਦਾ, ਹਿਰਦਾ ਕੋਮਲ ਹੋ ਜਾਂਦਾ। ਗੁਰ ਅਸਥਾਨਾਂ ਦੀ ਘੋਰ ਜਿਹੜੀ ਬੇਅਦਬੀ ਹੋਣ ਦੀ ਵਿਥਿਆ ਜਦੋਂ ਸੁਣੀ ਤੇ ਖੂਨ ਖੋਲਿਆ। ਉਸ ਵੇਲੇ ਉਹਨਾਂ ਪਿਆਰਿਆਂ ਨੂੰ ਕਹਿ ਦਿੱਤਾ, ਤੁਸੀਂ ਚਲੇ ਜਾਓ ਵਾਪਸ ਪਾਉਂਟਾ ਸਾਹਿਬ ਆਪਣੇ ਸਥਾਨ ਘਰਾਂ ਵੱਲ। ਅਸੀਂ ਜ਼ਰੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਲੈ ਕਰਕੇ ਆਵਾਂਗੇ, ਸਿੰਘਾਂ ਦਾ ਜੱਥਾ ਪਹੁੰਚੇਗਾ। ਫਿਰ ਇਥੋਂ ਇਹਨਾਂ ਮਹਾਂਪੁਰਖਾਂ ਨੇ ਸ੍ਰੀ ਅਨੰਦਪੁਰ ਸਾਹਿਬ ਗਏ। 1964 ਦਾ ਜਿਹੜਾ ਹੋਲਾ ਮਹੱਲਾ ਸੀ ਮਨਾਇਆ ਗਿਆ। ਉਸ ਤੋਂ ਦੂਸਰੇ ਦਿਨ ਜਿਹੜਾ ਅਜੀਤਗੜ੍ਹ ਅਸਥਾਨ ਹੈ, ਅੱਜ ਮਿਸ਼ਲ ਸ਼ਹੀਦਾਂ ਤਰਨਾ ਦਲ ਦਾ ਜਿਹੜੀ ਛਾਉਣੀ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਮੁੱਚੇ ਸਿੰਘਾਂ ਦਾ ਜੱਥਾ ਲੈ ਕਰਕੇ ਨਾ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ ਨੇ ਬੇਨਤੀ ਕੀਤੀ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ ਘੋਰ ਬੇਅਦਬੀ ਹੋ ਰਹੀ, ਉੱਥੇ ਮਹੰਤ ਕੋ ਕਰਮ ਕਮਾਉਂਦੇ ਨੇ। ਸਾਰਾ ਜਿੰਨਾ ਵੀ ਪੂਜਾ ਦਾ ਧਨ ਇਕੱਠਾ ਕਰਕੇ ਪਰਿਵਾਰਾਂ ਵਿੱਚ ਵਰਤਦੇ ਨੇ। ਕਿਰਪਾ ਕਰੋ ਉਹਨਾਂ ਮਹੰਤਾਂ ਤੋਂ ਅਸਥਾਨ ਆਜ਼ਾਦ ਕਰਵਾਉਣ ਦੀ ਸੇਵਾ ਆਪਣੇ ਪਿਆਰੇ ਸਿੰਘਾਂ ਨੂੰ ਬਖਸ਼ੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਸੋਧ ਕਰਕੇ ਇਥੋਂ ਆਪਣੇ ਸਰੀਰ ਤੋਂ ਬਿਨਾਂ 38 ਸਰੀਰ ਨਾਲ ਸਿੰਘਾਂ ਦੇ ਲੈ ਕਰਕੇ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ ਨੇ ਚਾਲੇ ਪਾ ਦਿੱਤੇ। ਰਸਤੇ ਵਿੱਚ ਭੱਠਾ ਸਾਹਿਬ ਅੱਗੇ ਨੰਬਰਵਾਰ ਪੜਾਅ ਕਰਦਿਆਂ ਕੁਝ ਦਿਨਾਂ ਤੋਂ ਬਾਅਦ 4-5 ਦਿਨ ਦਾ ਸਮਾਂ ਲੱਗਿਆ। ਕਾਲੇ ਅੰਬ ਪਹੁੰਚੇ ਨੇ, ਜਿੱਥੇ ਹਿਮਾਚਲ ਅਤੇ ਹਰਿਆਣਾ ਦੀ ਹੱਦ ਬਣਦੀ ਹੈ। ਉਧਰ ਮਹੰਤਾਂ ਦੇ ਪਾਸੇ ਖਬਰਾਂ ਪਹੁੰਚ ਗਈਆਂ ਕਿ ਗੁਰੂ ਦੀਆਂ ਫੌਜਾਂ ਨਿਹੰਗ ਸਿੰਘ ਜਿਹੜੇ ਜਥੇਬੰਦੀ ਵਿੱਚ ਇਹ ਘੋੜਿਆਂ ਤੇ ਸਵਾਰ ਹੋ ਕਰਕੇ ਗੱਡਿਆਂ ਦੇ ਵਿੱਚ ਆਪਣਾ ਸਮਾਨ ਲੱਦ ਕਰਕੇ ਪਾਉਂਟਾ ਸਾਹਿਬ ਦੇ ਵੱਲ ਨੂੰ ਆ ਰਹੇ ਨੇ। ਪਾਪੀ ਬੰਦੇ ਦੇ ਜਿਹੜੇ ਪਾਪ ਹੁੰਦੇ ਅੰਦਰੋਂ ਕਾਂਬਾ ਛੇੜ ਦਿੰਦੇ, ਉਹਨੂੰ ਭੈ ਭੀਤ ਹੋਇਆ, ਡਰ ਲੱਗਿਆ ਕਿ ਮੇਰੇ ਕੋਲੋਂ ਜਿਹੜਾ ਅਸਥਾਨਾਂ ਦਾ ਪ੍ਰਬੰਧ ਕਿਤੇ ਖੋਇਆ ਨਾ ਜਾਵੇ। ਉਸ ਵੇਲੇ ਫਿਰ ਡੀਸੀ ਦੇ ਪਾਸ, ਐਸਐਸਪੀ ਦੇ ਕੋਲ ਜਾ ਕਰਕੇ, ਸਰਕਾਰੀ ਕਰਿੰਦਿਆਂ ਕੋਲ ਜਾ ਕੇ ਪਹੁੰਚ ਕੀਤੀ ਤੇ ਕਹਿ ਦਿੱਤਾ ਕਿ ਸਾਨੂੰ ਲੁੱਟਣ ਵਾਸਤੇ, ਮਾਰ ਧਾੜ ਕਰਨ ਵਾਸਤੇ, ਨਗਰਾਂ ਨੂੰ ਉਜਾੜਨ ਵਾਸਤੇ ਆ ਰਹੇ ਨੇ। ਇਹਨਾਂ ਨੂੰ ਹਿਮਾਚਲ ਦੀ ਹੱਦ ਅੰਦਰ ਪ੍ਰਵੇਸ਼ ਨਾ ਹੋਣ ਦਿੱਤਾ ਜਾਵੇ। ਉੱਥੇ ਬਹੁਤ ਸਾਰੀ ਉਹਨਾਂ ਪੁਲਿਸ ਵਾਲਿਆਂ ਨੇ ਬਹਿਸਬਾਜ਼ੀ ਕੀਤੀ, ਪਰੰਤੂ 2-3 ਘੰਟੇ ਦੀ ਬਜਿੱਦ ਕਰਨ ਤੋਂ ਬਾਅਦ ਇਹ ਗੁਰੂ ਦਾ ਖਾਲਸਾ ਜਿਹੜਾ ਅਰਦਾਸਾ ਕਰਕੇ ਤੁਰਿਆ ਸੀ, ਪਾਉਂਟਾ ਸਾਹਿਬ ਦੇ ਵੱਲ ਨੂੰ ਹਿਮਾਚਲ ਦੇ ਬਾਰਡਰ ਦੇ ਰਾਹੀਂ ਉਥੋਂ ਪ੍ਰਵੇਸ਼ ਹੋ ਗਿਆ। ਅੱਗੇ ਜਾ ਕਰਕੇ ਸਾਧ ਸੰਗਤ ਫਿਰ ਜਦੋਂ ਪਤਾ ਲੱਗਿਆ ਵੀ ਨਹੀਂ ਗੁਰੂ ਦੀਆਂ ਫੌਜਾਂ ਰੁਕੀਆਂ, ਫਿਰ ਇਸ ਨੇ ਉੱਥੇ ਮਾਇਆ ਦੇ ਗੱਫੇ ਦੇ ਕੇ, ਧਨ ਆਦਿਕ ਦੇ ਕਰਕੇ ਡੀਸੀ ਤੇ ਐਸਐਸਪੀਆਂ ਨੂੰ ਲੋਭ ਦੇ ਅਧੀਨ ਕਰਕੇ ਸਿਖਾ ਦਿੱਤਾ ਕਿ ਇਹਨਾਂ ਨੂੰ ਪਾਉਂਟਾ ਸਾਹਿਬ ਦੀ ਇਸ ਨਗਰੀ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸਿੰਘਾਂ ਨੇ ਕਿਹਾ ਵੀ ਅਸੀਂ ਤੇ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ, ਗੁਰੂ ਦੇ ਦਰਸ਼ਨਾਂ ਵਾਸਤੇ ਕੋਈ ਸਰਕਾਰ ਨਹੀਂ ਰੋਕ ਸਕਦੀ ਹੈ। ਗੁਰੂ ਦਾ ਜਿਹੜਾ ਸਿੰਘ ਹੈ ਹਰ ਹਾਲਤ ਗੁਰੂ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ, ਹਾਜ਼ਰ ਹੁੰਦਾ। ਫਿਰ ਸਰਕਾਰੀ ਕਰਿੰਦੇ ਮਹੰਤਾਂ ਨੂੰ ਕਹਿਣ ਲੱਗੇ, ਇਸ ਤਰ੍ਹਾਂ ਅਸੀਂ ਰੋਕ ਨਹੀਂ ਸਕਦੇ ਤੇ ਤੁਸੀਂ ਇਸ ਤਰ੍ਹਾਂ ਕਰੋ, ਜਿਹੜੀ ਦਰਸ਼ਨੀ ਡਿਓੜੀ ਹੈ ਪਾਉਂਟਾ ਸਾਹਿਬ ਸਥਾਨ ਦੀ, ਉਹਦੇ ਅੰਦਰ ਆਪਣੇ ਤੁਸੀਂ ਮਹੰਤ ਜਿਹੜੇ ਬੰਦੇ ਬਿਠਾ ਦਿਓ ਤੇ ਬਾਹਰ ਸ਼ਹਿਰ ਦੇ ਵਿੱਚ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਲਾ ਦੇਵਾਂਗੇ। ਸਾਧ ਸੰਗਤ ਬੜਾ ਲੰਬਾ ਇਤਿਹਾਸ ਹੈ। ਇਸ ਤਰ੍ਹਾਂ ਰੋਕਣ ਦੇ ਵਾਸਤੇ ਬੜੇ ਯਤਨ ਕਰਦੇ ਰਹੇ, ਪਰੰਤੂ ਜਦੋਂ ਖਾਲਸੇ ਨੇ ਅਰਦਾਸਾ ਸੋਧਿਆ ਹੋਵੇ ਗੁਰੂ ਦੇ ਚਰਨਾਂ ਵਿੱਚ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਫਿਰ ਸਤਿਗੁਰੂ ਆਪਣੇ ਅਸਥਾਨਾਂ ਦੇ ਉੱਤੇ ਇਸ ਜਥੇ ਨੂੰ ਲੈ ਕਰਕੇ ਪਹੁੰਚੇ ਹਨ। ਜਦੋਂ ਅੰਦਰ ਜਾ ਕਰਕੇ ਸਾਧ ਸੰਗਤ ਜੀ ਦਰਸ਼ਨ ਦੀਦਾਰ ਕੀਤੇ,
ਮਹਾਨਤਾਂ ਦੇ ਕਾਰਨਾਮੇ ਸੁਣੇ ਸੀ ਪਹਿਲਾਂ ਕੰਨਾਂ ਵਿੱਚ, ਅੱਜ ਅੱਖੀਂ ਵੇਖੇ ਨੇ। ਖੂਨ ਖੌਲਿਆ ਫਿਰ ਉੱਥੇ ਜਾ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸ਼ਾਂਤਮਈ ਢੰਗ ਦੇ ਨਾਲ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ ਹੋਰਾਂ ਨੇ ਸਾਰੇ ਸਿੰਘਾਂ ਨੂੰ ਲੈ ਕਰਕੇ ਅਰਦਾਸਾ ਕੀਤਾ ਕਿ ਆਪਾਂ ਤੇ ਨਾਮ ਬਾਣੀ ਦੇ ਇੱਥੇ ਪ੍ਰਵਾਹ ਚਲਾਉਣੇ ਨੇ। ਸ੍ਰੀ ਅਖੰਡ ਪਾਠ ਸਾਹਿਬ 101 ਪਾਠਾਂ ਦੀ ਜਿਹੜੀ ਆਪਾਂ ਲੜੀ ਆਰੰਭ ਕਰ ਦਈਏ। ਪਾਠ ਆਰੰਭ ਹੋਏ ਨੇ, ਜਪਜੀ ਸਾਹਿਬ ਦੇ ਜਾਪ ਨਾਲ ਕੀਤੇ ਗਏ, ਧੂਫੀਏ ਸਿੰਘ ਲੱਗੇ ਨੇ, ਲਾਂਗਰੀ ਸਿੰਘ ਲਾਏ ਗਏ। ਮਰਜ਼ਾਦਾ ਦੇ ਮੁਤਾਬਕ ਸਾਧ ਸੰਗਤ ਜੀ ਸਮੁੱਚੇ ਅਖੰਡ ਪਾਠ ਸਾਹਿਬ ਜਦੋਂ ਆਰੰਭ ਹੋਏ, 22 ਅਖੰਡ ਪਾਠ ਸਾਹਿਬ ਜਿਹੜੇ ਨੇ ਇਹ ਅੱਜ ਦੇ ਦਿਹਾੜੇ 22 ਮਈ ਨੂੰ ਸੰਪੂਰਨ ਹੋਏ ਨੇ ਤੇ 23ਵਾਂ ਸਾਧ ਸੰਗਤ ਜੀ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ ਤੇ ਉਸ ਵੇਲੇ ਇਹਨਾਂ ਨੇ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਮਹਾਂਪੁਰਖਾਂ ਨੂੰ ਉਸ ਵੇਲੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਬੜਾ ਕੁਝ ਉੱਥੇ ਕਿਹਾ ਗਿਆ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਸਾਰਾ ਪ੍ਰਬੰਧ ਸਰਕਾਰ ਕੋਲ ਚਲਿਆ ਜਾਵੇ। ਮਹਾਂਪੁਰਖ ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਥਾਨ ਤੇ ਅਸੀਂ ਲਿਖਣ ਵਾਲੇ ਕੌਣ ਹਾਂ? ਜਵਾਬ ਦੇ ਦਿੱਤਾ ਤੇ ਉਸ ਵੇਲੇ ਫਿਰ ਸਾਧ ਸੰਗਤ ਜੀ ਮਾਝ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ 23ਵਾਂ ਪਾਠ ਆਰੰਭ ਹੋਇਆ ਸੀ। ਗ੍ਰੰਥੀ ਸਿੰਘ ਬੈਠ ਕਰਕੇ ਤਾਬਿਆਂ ਵਿੱਚ ਮਾਝ ਰਾਗ ਦੀ ਬਾਣੀ ਉੱਚੀ ਸੁਰ ਦੇ ਵਿੱਚ ਪੜ੍ਹ ਰਹੇ ਸਨ ਤੇ ਉਧਰੋਂ ਪੁਲਿਸ ਦੀਆਂ ਜਿਹੜੀਆਂ ਗਾਰਦਾਂ ਆਈਆਂ ਤੇ ਡੀਸੀ ਤੇ ਐਸਐਸਪੀ ਨੇ ਜਿਹੜੇ ਉਹਨਾਂ ਨੂੰ ਹੁਕਮ ਦਿੱਤੇ। ਪਹਿਲਾਂ ਸਿੰਘਾਂ ਨੂੰ ਕਿਹਾ ਹੱਥ ਖੜੇ ਕਰਕੇ ਬਾਹਰ ਆ ਜਾਓ, ਅਖੰਡ ਪਾਠ ਜਿਹੜਾ ਖੰਡਿਤ ਕਰ ਦਿੱਤਾ ਜਾਵੇ, ਵਿਚਾਲੀ ਛੱਡ ਕੇ ਬਾਹਰ ਆਓ। ਤੇ ਮਹਾਂਪੁਰਖ ਕਹਿੰਦੇ ਸਨ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ, ਚਾਹੇ ਜਾਨ ਚਲੀ ਜਾਵੇ ਗੁਰੂ ਦੇ ਵਾਸਤੇ ਲੱਗ ਜਾਵੇ। ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਸਮੁੱਚੇ ਗੁਰੂ ਦੇ ਪਿਆਰੇ ਸਿੰਘਾਂ ਨੇ ਸਾਧ ਸੰਗਤ ਜੀ ਕਿਸੇ ਨੇ ਹੱਥ ਕੀ ਖੜੇ ਕਰਨੇ ਸਨ ਉਹ ਤੇ ਆਪਾ ਵਾਰਨ ਵਾਸਤੇ ਗੁਰਸਥਾਨਾਂ ਦੇ ਲਈ ਗਏ ਹਨ। ਉਸ ਵੇਲੇ ਸਾਰੀਆਂ ਜਿਹੜੀਆਂ ਵਾਰੀਆਂ ਦਰਵਾਜ਼ੇ ਬੰਦ ਕੀਤੇ ਹੋਏ ਸੀ, ਅੰਦਰੋਂ ਬਾਹਰੋਂ ਵੱਡੇ ਵੱਡੇ ਲੋਹੇ ਦੇ ਪਾਈਪ ਲਿਆ ਕਰਕੇ ਉਹਨਾਂ ਨਾਲ ਦਰਵਾਜ਼ੇ ਤੋੜੇ ਪੁਲਿਸ ਨੇ। ਫਿਰ ਲੰਗਰ ਵਾਲੇ ਪਾਸਿਓਂ ਉਹਨਾਂ ਨੇ ਗੋਲੀਆਂ ਦੀ ਵਿਛਾੜ ਸ਼ੁਰੂ ਕਰ ਦਿੱਤੀ। ਉਸ ਦੇ ਵਿੱਚ ਤਾਬਿਆਂ ਬੈਠੇ ਹੋਏ ਗੁਰੂ ਪਿਆਰਿਆਂ ਦੀ ਆ ਕੇ ਛਾਤੀ ਸੀਨੇ ਦੇ ਵਿੱਚ ਜਦੋਂ ਗੋਲੀ ਵੱਜੀ, ਉਸੇ ਵੇਲੇ ਉਹਨਾਂ ਦਾ ਜਿਹੜਾ ਸਿਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਡਿੱਗ ਪਿਆ। ਉੱਥੇ ਪ੍ਰਾਣ ਤਿਆਗ ਦਿੱਤੇ। ਦੂਸਰੇ ਸਿੰਘ ਜਿਹੜੇ ਕੋਲ ਖੜੇ ਸਨ ਉਹਨਾਂ ਨੇ ਜਦੋਂ ਪੰਗਤੀ ਸੁਣੀ ਮਾਝ ਰਾਗ ਵਿੱਚ ਜਿਹੜੀ ਚੱਲ ਰਹੀ ਸੀ, ਇੱਕਦਮ ਛਾਲ ਮਾਰ ਕੇ ਸਤਿਗੁਰੂ ਪਾਤਸ਼ਾਹ ਦੀ ਤਾਬਿਆ ਆ ਕੇ ਬੈਠ ਕੇ ਉੱਥੋਂ ਪਾਠ ਅੱਗੇ ਆਰੰਭ ਕਰ ਦਿੱਤਾ। ਦੂਸਰੀ ਗੋਲੀ ਆ ਕੇ ਉਹਨਾਂ ਗੁਰੂ ਪਿਆਰਿਆਂ ਦੇ ਛਾਤੀ ਵਿੱਚ ਲੱਗੀ। ਇਸ ਪ੍ਰਕਾਰ ਸਾਧ ਸੰਗਤ ਜੀ 8-10 ਮਿੰਟਾਂ ਦੇ ਵਿੱਚ ਇੰਨੀ ਗੋਲੀਆਂ ਦੀ ਵਿਛਾੜ ਕੀਤੀ ਉਸ ਵੇਲੇ ਪੁਲਿਸ ਦੀਆਂ ਗਾਰਦਾਂ ਨੇ ਕਿ ਗੁਰੂ ਦੇ ਪਿਆਰੇ 11 ਸਿੰਘ ਸ਼ਹਾਦਤਾਂ ਦਾ ਜਾਮ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਦਰਬਾਰ ਸਾਹਿਬ ਦੇ ਅੰਦਰ ਪੀ ਗਏ। ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਗੋਲੀਆਂ ਲੱਗੀਆਂ। ਸਤਿਗੁਰਾਂ ਦਾ ਸਰੂਪ ਵੀ ਜ਼ਖਮੀ ਹੋਇਆ। ਜਿਤਨੇ ਰੁਮਾਲੇ ਸੀ ਸਤਿਗੁਰੂ ਪਾਤਸ਼ਾਹ ਦੇ ਉਹ ਵੀ ਖੂਨ ਦੇ ਨਾਲ ਲੇਥੂ ਪੇਥੂ ਹੋ ਗਏ। ਜਿੰਨੇ ਗਲੀਚੇ ਸੀ, ਦਰੀਆਂ ਸੀ, ਚਾਦਰਾਂ ਵਿਛੀਆਂ ਦਰਬਾਰ ਸਾਹਿਬ ਦੇ ਅੰਦਰ, ਇਹ ਸਾਰੀਆਂ ਖੂਨ ਦੇ ਨਾਲ ਧੋਤੀਆਂ ਗਈਆਂ। ਖੂਨ ਇਹਨਾਂ ਵਿੱਚੋਂ ਨੁਚੜਦਾ ਸੀ। ਉਸ ਵੇਲੇ 3 ਜਿਹੜੇ ਗੁਰੂ ਦੇ ਪਿਆਰੇ ਅੱਜ ਜਿਹੜੇ ਮੌਜੂਦਾ ਮੁਖੀ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ, ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਮੁੱਖ ਪ੍ਰਬੰਧਕ ਹਨ। ਇਹਨਾਂ ਦੇ ਹੱਥਾਂ ਵਿੱਚ ਗੋਲੀਆਂ, ਲੱਤਾਂ ਦੇ ਵਿੱਚ ਆ ਕਰਕੇ ਗੋਲੀਆਂ ਲੱਗੀਆਂ, ਡੌਲਿਆਂ ਦੇ ਵਿੱਚ ਦੀ ਗੋਲੀਆਂ ਲੰਘੀਆਂ। ਸਾਧ ਸੰਗਤ ਇਹਨਾਂ ਦਾ ਸਰੀਰ ਜ਼ਖਮੀ ਹੋਇਆ ਤੇ ਬੇਸੁਰਤ ਹੋ ਕਰਕੇ ਡਿੱਗ ਪਏ। ਨਾਲ ਹੀ ਇਹਨਾਂ ਮਹਾਂਪੁਰਖਾਂ ਦੇ ਮਾਸਟਰ ਅਜੀਤ ਸਿੰਘ ਜੀ ਉਹ ਉਸ ਵੇਲੇ ਜ਼ਖਮੀ ਹੋਏ ਨੇ, ਧਰਤੀ ਤੇ ਲੇਟ ਗਏ। ਤੇ ਨਾਲ ਹੀ ਬਾਬਾ ਗੁਰਬਚਨ ਸਿੰਘ ਜੀ, ਇਹ 3 ਜਿਹੜੇ ਸਰੀਰ ਸਨ ਇਹ ਗਹਿਰੇ ਜ਼ਖਮ ਲੱਗੇ ਨੇ, ਫੱਟੜ ਹੋਏ ਨੇ, ਧਰਤੀ ਤੇ ਡਿੱਗੇ ਨੇ। ਬਾਕੀ 11 ਸਿੰਘ ਉੱਥੇ ਸ਼ਹਾਦਤਾਂ ਦਾ ਜਾਮ ਪੀ ਗਏ।
ਫਿਰ ਉਹਨਾਂ ਸਾਰੇ ਸਾਧ ਸੰਗਤ ਸਿੰਘਾਂ ਦੇ ਸਰੀਰਾਂ ਨੂੰ ਉਥੋਂ ਖਿੱਚਾ ਧੂਹੀ ਕਰਕੇ ਪੁਲਿਸ ਨੇ ਬਾਹਰ ਕੱਢਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ, ਜਿਸ ਨੂੰ ਗੋਲੀਆਂ ਲੱਗੀਆਂ, ਜਿਸ ਦੇ ਉੱਤੇ ਸਿੰਘਾਂ ਦਾ ਖੂਨ ਡੁੱਲਿਆ ਹੋਇਆ, ਉਹ ਸਰੂਪ ਨੂੰ ਆ ਕਰਕੇ ਇਕੱਠਿਆਂ ਕਰ ਲਿਆ ਤੇ ਹੋਰ ਸਰੂਪ ਲਿਆ ਕਰਕੇ ਮੰਜੀ ਸਾਹਿਬ ਤੇ ਪ੍ਰਕਾਸ਼ ਕਰ ਦਿੱਤਾ, ਤਾਂ ਕਿ ਕਿਸੇ ਨੂੰ ਸਾਕੇ ਦਾ ਪਤਾ ਨਾ ਲੱਗ ਸਕੇ। ਇਸ ਦੇ ਨਾਲ ਹੀ ਬਾਕੀ ਜਿੰਨੀਆਂ ਚਾਦਰਾਂ, ਦਰੀਆਂ, ਗਲੀਚੇ, ਸਤਿਗੁਰਾਂ ਦਾ ਚੰਦੋਆ ਸਾਹਿਬ, ਇਹ ਵੀ ਸਾਰੇ ਉਹਨਾਂ ਨੇ ਤਬਦੀਲ ਕਰ ਦਿੱਤੇ ਕਿ ਨਾਮੋ ਨਿਸ਼ਾਨ ਹੀ ਸਾਕੇ ਦਾ ਮਿਟ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਸਥਾਨ ਹੋਵੇ, ਏਡਾ ਵੱਡਾ ਕਹਿਰ ਵਾਪਰਿਆ ਹੋਵੇ ਤੇ ਕਿਵੇਂ ਲੁਕ ਸਕਦਾ ਹੈ। ਇਹ ਸਾਰਾ ਕੁਝ ਨੇਤਰਾਂ ਦੇ ਨਾਲ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਡਿੱਗੇ ਪਏ ਵੇਖੀ ਜਾਂਦੇ ਨੇ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਦੇ ਸਰੂਪ ਨੂੰ ਚੁੱਕ ਕੇ ਨਵਾਂ ਸਰੂਪ ਲਿਆ ਕੇ ਪ੍ਰਕਾਸ਼ ਕਰਦੇ, ਕਿਵੇਂ ਚੰਦੋਏ ਲਾਹੇ ਉਹਨਾਂ ਨੇ, ਰੁਮਾਲੇ ਕਿਵੇਂ ਲਪੇਟੇ, ਸਾਰੀਆਂ ਦਰੀਆਂ ਗਲੀਚੇ ਕਿਵੇਂ ਬਾਹਰ ਕੱਢੇ ਤੇ ਸਿੰਘਾਂ ਦੇ ਸਰੀਰਾਂ ਨੂੰ ਕਿਵੇਂ ਲੱਤਾਂ ਤੋਂ ਪਕੜ ਕਰਕੇ ਉਹਨਾਂ ਨੇ ਬਾਹਰ ਖਿੱਚਿਆ ਤੇ ਬਾਹਰ ਗੱਡੀ ਵਿੱਚ ਲਿਜਾ ਕਰਕੇ ਸੁੱਟ ਦਿੱਤਾ। ਜਿੱਥੇ 11 ਸ਼ਹੀਦਾਂ ਸਿੰਘਾਂ ਦੀਆਂ ਦੇਹਾਂ ਸਰੀਰਾਂ ਨੂੰ ਗੱਡੀ ਵਿੱਚ ਸੁੱਟਿਆ ਗਿਆ, ਉੱਥੇ ਇਹ ਤਿੰਨੇ ਹੀ ਗੁਰੂ ਪਿਆਰੀਆਂ ਰੂਹਾਂ ਜਿਹੜੇ ਜ਼ਖਮੀ ਹੋਏ ਸਨ, ਇਹਨਾਂ ਦੇ ਉੱਤੇ ਵੇਖਿਆ ਕਿ ਸਹਿਕਦੇ ਨੇ, ਇਹਨਾਂ ਦੇ ਸਰੀਰਾਂ ਵਿੱਚ ਸਵਾਸ ਚੱਲਦੇ ਪਏ ਨੇ। ਪਹਿਲਾਂ ਉਹਨਾਂ ਨੇ ਸਰੀਆਂ ਦੇ ਨਾਲ ਸਾਧ ਸੰਗਤ ਸਰੀਰਾਂ ਦੀ ਕੁੱਟਮਾਰ ਕੀਤੀ, ਹੱਡੀਆਂ ਤੋੜੀਆਂ ਉਹਨਾਂ ਨੇ। ਫਿਰ ਗੱਡੀ ਦੇ ਵਿੱਚ ਉਸੇ ਤਰ੍ਹਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਨਾਲ ਹੀ 3 ਇਹ ਸਰੀਰ ਵੀ ਸੁੱਟ ਲਏ। ਜਦੋਂ ਲੈ ਕੇ ਤੁਰੇ ਨੇ, ਰਸਤੇ ਵਿੱਚ ਸਾਰੇ ਨਗਰ ਵਿੱਚ ਜਿਹੜੀ ਸੁੰਨਮਈ ਉਸ ਵੇਲੇ ਸਾਧ ਸੰਗਤ ਹਾਲਾਤ ਬਣ ਚੁੱਕੇ ਨੇ। ਸਾਰੇ ਲੋਕ ਆਪਣੇ ਕੋਠਿਆਂ ਤੇ ਚੜ੍ਹ ਕਰਕੇ ਗੱਡੀ ਨੂੰ ਜਾਂਦੇ ਵੇਖਦੇ ਨੇ। ਵਿੱਚੋਂ ਸੰਗਤਾਂ ਨੇ ਵੇਖਿਆ ਵੀ 3 ਸਰੀਰ ਹਿੱਲਦੇ ਨੇ, ਨੇਤਰਾਂ ਦੀਆਂ ਪਲਕਾਂ ਵੀ ਇਹਨਾਂ ਦੀਆਂ ਹਿੱਲਦੀਆਂ, ਇਹ ਸਹਿਕਦੇ ਨੇ। ਪੁਲਿਸ ਵਾਲੇ ਇਹਨਾਂ ਨੂੰ ਲਾਸ਼ਾਂ ਦੇ ਨਾਲ ਸਿੰਘਾਂ ਦੇ ਨਾਲ ਹੀ ਲਈ ਜਾਂਦੇ ਨੇ। ਫਿਰ ਸੰਗਤਾਂ ਗੱਡੀਆਂ ਦੇ ਸਾਹਮਣੇ ਪੈ ਗਈਆਂ। ਬਹੁਤਾ ਸੰਗਤਾਂ ਦਾ ਫਿਰ ਜ਼ੋਰ ਵੇਖ ਕੇ, ਕਿਉਂਕਿ ਵਿੱਚ ਸੰਗਤ ਹਰਪੁਰਾ ਵਸੈ ਜੀਓ, ਸੰਗਤ ਵਿੱਚ ਆਪ ਸਤਿਗੁਰੂ ਵਸਦੇ ਨੇ, ਪਿਆਰਾ ਵਾਹਿਗੁਰੂ ਵਸਦਾ ਹੈ। ਉੱਥੇ ਫਿਰ ਕੋਈ ਜ਼ੋਰ ਨਾ ਸਰਕਾਰ ਦਾ ਚੱਲਿਆ, ਗੱਡੀਆਂ ਰੋਕਣੀਆਂ ਪਈਆਂ ਤੇ ਤਿੰਨੇ ਸਰੀਰਾਂ ਨੂੰ ਸੰਗਤ ਨੇ ਗੱਡੀ ਦੇ ਵਿੱਚੋਂ ਲਹਾ ਲਿਆ। ਫਿਰ ਹਸਪੀਟਲ ਦੇ ਵਿੱਚ ਸਾਧ ਸੰਗਤ ਪਹਿਲਾਂ ਲਿਜਾਂਦੇ ਨਹੀਂ ਸਨ, ਜ਼ੋਰ ਪਾਉਣ ਤੇ ਸੰਗਤ ਨੇ ਹਸਪਤਾਲ ਵਿੱਚ ਇਹ 3 ਸਰੀਰ ਲਿਜਾ ਕਰਕੇ ਰੱਖੇ। ਕੋਈ ਉੱਥੇ ਚੰਗਾ ਇਲਾਜ ਨਾ ਕੀਤਾ ਗਿਆ। ਬੜਾ ਦੁਖਦਾਈ ਐਸਾ ਜਿਹੜਾ ਸਾਕਾ, ਉਹ ਸ਼ਹੀਦਾਂ ਦੀਆਂ ਦੇਹਾਂ ਕਿੱਧਰ ਚਲੀਆਂ ਗਈਆਂ। ਜੰਗਲ ਬੀਆਬਾਨ ਰੋਹੀ ਵਿੱਚ ਜਾ ਕਰਕੇ ਸਤਿਗੁਰਾਂ ਦੇ ਚੰਦੋਏ, ਸਤਿਗੁਰਾਂ ਦੇ ਰੁਮਾਲੇ, ਚਾਦਰਾਂ, ਗਲੀਚੇ, ਦਰੀਆਂ, ਜੋ ਵੀ ਕੁਝ ਸੀ, ਇਹਨਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਨਾਲ ਜੰਗਲ ਦੇ ਵਿੱਚ ਹੀ ਉਹਨਾਂ ਸਾੜ ਕੇ ਸੰਸਕਾਰ ਕਰ ਦਿੱਤਾ। ਫਿਰ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉੱਥੋਂ ਦੀ ਮਿੱਟੀ ਪੁੱਟ ਕੇ ਨਵੀਂ ਮਿੱਟੀ ਪਾ ਕੇ ਘਾਹ ਸੁੱਟ ਦਿੱਤਾ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ। ਸੋ ਐਸਾ ਦੁਖਦਾਈ ਇਹ ਜਿਹੜਾ ਸਾਕਾ ਸਾਧ ਸੰਗਤ ਜੀ, ਉਸ ਦੇ ਵਿੱਚ ਫਿਰ ਇਹ ਤਿੰਨੇ ਜਿਹੜੀਆਂ ਰੂਹਾਂ ਹਸਪਤਾਲ ਦੇ ਵਿੱਚ ਦਾਖਲ ਸਨ। ਸੰਗਤਾਂ ਨੇ ਜ਼ੋਰ ਪਾ ਕਰਕੇ ਫਿਰ ਚੰਗਾ ਇਲਾਜ ਕਰਨ ਵਾਸਤੇ ਕਿਹਾ। ਫਿਰ ਇਲਾਜ ਚੱਲਿਆ। ਸਰੀਰਾਂ ਦੇ ਵਿੱਚੋਂ ਜਿਹੜੀਆਂ ਲੱਗੀਆਂ ਹੋਈਆਂ ਗੋਲੀਆਂ ਸੀ, ਡਾਕਟਰਾਂ ਨੇ ਆਪਰੇਸ਼ਨ ਕਰਕੇ ਬਾਹਰ ਕੱਢੀਆਂ। ਕੁਝ ਸਰੀਰਾਂ ਨੂੰ ਰਾਹਤ ਮਿਲੀ। ਇਸ ਪ੍ਰਕਾਰ ਸਮੁੱਚੀ ਸੰਗਤ ਦੇ ਅੰਦਰ ਹਾਹਾਕਾਰ ਮਚ ਗਈ। ਐਕਸਚੇਂਜਾਂ ਜਿਹੜੀਆਂ ਸੀ ਟੈਲੀਫੋਨਾਂ ਵਾਲੀਆਂ ਬੰਦ ਕਰ ਦਿੱਤੀਆਂ। ਪੁਲ ਨਹੀਂ ਬਣਿਆ ਸੀ ਉਸ ਵੇਲੇ ਜਮਨਾ ਤੇ, ਬੇੜੀ ਰਾਹੀਂ ਸੰਗਤਾਂ ਪਾਰ ਜਾਂਦੀਆਂ ਸਨ। ਉਹ ਵੀ ਸਾਧ ਸੰਗਤ ਜੀ ਉੱਥੇ ਸਖਤ ਪਹਿਰੇ ਪੁਲਿਸ ਦੇ ਲਾ ਦਿੱਤੇ ਤਾਂ ਕਿ ਇਸ ਨਗਰੀ ਤੋਂ ਬਾਹਰ ਕਿਸੇ ਨੂੰ ਖਬਰ ਨਾ ਮਿਲ ਸਕੇ। ਪਰੰਤੂ ਸਤਿਗੁਰੂ ਦੇ ਸਥਾਨਾਂ ਦੇ ਉੱਤੇ ਘੋਰ ਜਿਹੜਾ ਪਾਪ ਕੀਤਾ ਜਰਬਾੜਿਆਂ ਨੇ, ਇਹ ਲੁਕਿਆ ਨਹੀਂ ਰਹਿ ਸਕੇਗਾ। ਸੰਗਤਾਂ ਦੇ ਵਿੱਚ ਗੱਲਾਂ ਉੱਡੀਆਂ ਨੇ। ਫਿਰ ਸਾਧ ਸੰਗਤ ਉੱਚ ਕੋਟੀ ਦੇ ਮਹਾਨ ਜਿਹੜੇ ਉਸ ਵੇਲੇ ਦੇ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਧਾਨ ਸਾਹਿਬ ਹੋਰ ਅਨੇਕਾਂ ਰੂਹਾਂ ਉੱਥੇ ਪਹੁੰਚੀਆਂ ਨੇ। ਜਿੱਥੇ ਹੋਰ ਬੇਅੰਤ ਗੁਰੂ ਪਿਆਰੀਆਂ ਰੂਹਾਂ ਗਈਆਂ, ਉੱਥੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਪੰਥ ਰਤਨ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ
5 ਸਿੰਘਾਂ ਦਾ ਜੱਥਾ ਲੈ ਕਰਕੇ ਪਹਿਲਾਂ ਹਸਪਤਾਲ ਵਿੱਚ ਇਹਨਾਂ ਮਹਾਂਪੁਰਖਾਂ ਗੁਰੂ ਪਿਆਰਿਆਂ ਦਾ ਪਤਾ ਲੈਣ ਵਾਸਤੇ ਪਹੁੰਚੇ। ਇਹਨਾਂ ਜ਼ਖਮੀ ਸਿੰਘਾਂ ਦੇ ਚਰਨਾਂ ਵੱਲ ਖੜੇ ਹੋ ਕਰਕੇ ਨੇਤਰ ਬੰਦ ਕਰ ਲਏ। ਇੰਨੇ ਬਰਾਗ ਦੇ ਆਂਸੂ ਗਿਰੇ ਹਾਲਤ ਵੇਖ ਕਰਕੇ ਕਿ ਅਥਰੂ ਰੁਕਦੇ ਨਹੀਂ ਸਨ। ਅਰਦਾਸਾ ਕੀਤਾ। ਫਿਰ 2 ਸ੍ਰੀ ਅਖੰਡ ਪਾਠ ਸਾਹਿਬ ਸ਼ਹੀਦ ਸਿੰਘਾਂ ਦੇ ਨਿਮਿਤ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਏ। ਇਹ ਸਾਰਾ ਜਦੋਂ ਸਾਕਾ ਵਰਤਦਾ ਹੈ ਸਾਧ ਸੰਗਤ ਜੀ, ਉਸ ਤੋਂ ਬਾਅਦ ਫਿਰ ਸਾਰਿਆਂ ਦੇ ਪਾਸ ਜਦੋਂ ਖਬਰਾਂ ਗਈਆਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਸੰਤ ਬਾਬਾ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਤੇ ਉਸ ਵੇਲੇ ਫਿਰ ਇਹਨਾਂ ਨੇ ਜਿਹੜੇ ਮੁੱਖ ਮੰਤਰੀ ਦੇ ਨਾਲ ਉਸ ਵੇਲੇ ਸਾਧ ਸੰਗਤ ਇਹਨਾਂ ਮਹਾਂਪੁਰਖਾਂ ਨੂੰ ਮਿਲਾਇਆ। ਫਿਰ ਅੱਗੇ ਤੋਂ ਅੱਗੇ ਪ੍ਰਧਾਨ ਮੰਤਰੀ ਦੇ ਤੱਕ ਸਾਕੇ ਦੀ ਵਿਥਿਆ ਪਹੁੰਚੀ। ਸਿੰਘਾਂ ਤੇ ਝੂਠੇ ਕੇਸ ਜਿਹੜੇ ਦਰਜ ਕਰਵਾਏ ਇਹਨਾਂ ਮਹੰਤਾਂ ਨੇ। ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਸਿੰਘਾਂ ਵੱਲੋਂ 6 ਮਤੇ ਜਿਹੜੇ ਭੇਜੇ ਸੀ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਤੇ ਕਿਹਾ ਕਿ ਜਿਹੜੀ 21 ਮੈਂਬਰੀ ਕਮੇਟੀ ਹੈ ਉਥੋਂ ਪੌਂਟਾ ਸਾਹਿਬ ਦੀ ਚੁਣੀ ਹੋਈ ਸੰਗਤਾਂ ਵੱਲੋਂ ਉਹਨਾਂ ਦੇ ਹਵਾਲੇ ਸਮੁੱਚਾ ਪ੍ਰਬੰਧ ਕਰ ਦਿੱਤਾ ਜਾਵੇ। ਉਸ ਵੇਲੇ ਸੰਤ ਬਾਬਾ ਨਿਹਾਲ ਸਿੰਘ ਜੀ ਇਹ ਮਹਾਨ ਜ਼ਖਮੀ ਫੱਟੜ ਰੂਪ ਦੇ ਵਿੱਚ ਸਨ। ਇਹਨਾਂ ਨੇ ਸ਼ਾਮ ਦੇ ਵਕਤ ਸੋਦਰ ਦੇ ਪਾਠ ਤੋਂ ਉਪਰੰਤ ਜਿਹੜੀਆਂ ਚਾਬੀਆਂ 21 ਮੈਂਬਰੀ ਕਮੇਟੀ ਦੇ ਹੱਥ ਵਿੱਚ ਰੱਖ ਦਿੱਤੀਆਂ। ਗੁਰੂ ਦੇ ਅਸਥਾਨ ਐਵੇਂ ਨਹੀਂ ਸਾਧ ਸੰਗਤ ਜੀ, ਸਾਡੇ ਪੰਥ ਦੇ ਹਵਾਲੇ ਆਏ, ਕੁਰਬਾਨੀਆਂ ਕਰਨੀਆਂ ਪਈਆਂ। ਉਹਨਾਂ 11 ਸਿੰਘਾਂ ਨੇ ਸਾਧ ਸੰਗਤ ਜੀ ਜਿਹੜਾ ਖੂਨ ਡੋਲਿਆ, ਸ਼ਹਾਦਤਾਂ ਦੇ ਜਾਮ ਪੀਤੇ। ਇਹਨਾਂ ਮਹਾਂਪੁਰਖਾਂ ਨੇ ਤਨ ਦੇ ਉੱਤੇ ਸੰਤਾਪ ਹੰਢਾਇਆ। ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਨਾਂ ਮਹਾਂਪੁਰਖਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇ ਕਰਕੇ ਸਨਮਾਨਿਤ ਕੀਤਾ ਗਿਆ। ਸੋ ਅੱਜ ਦਾ ਜਿਹੜਾ ਇਹ ਪਾਵਨ ਪਵਿੱਤਰ ਦਿਹਾੜਾ ਹੈ ਸਾਧ ਸੰਗਤ ਜੀ, ਇਹ ਪੌਂਟਾ ਸਾਹਿਬ ਦੇ ਖੂਨੀ ਸ਼ਹੀਦੀ ਸਾਕੇ ਦਾ ਦਿਹਾੜਾ ਹੈ। ਸਾਡੀ ਸਾਰੀਆਂ ਸੰਗਤਾਂ ਦੀ ਉਹਨਾਂ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸਤਿਗੁਰੂ ਕਿਰਪਾ ਕਰਨ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਵੀ ਚੱਲਣ ਦਾ ਬਲ ਬਖਸ਼ਿਸ਼ ਕਰਨ। ਆਓ ਹੁਣ ਕੁਝ ਸਮੇਂ ਲਈ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਰਲ ਮਿਲ ਕਰਕੇ ਕੁਝ ਕੁ ਸਮੇਂ ਵਾਸਤੇ ਵਿਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ। ਸੂਹੀ ਰਾਗ ਦੇ ਅੰਦਰ ਅਸ਼ਟਪਦੀਆ 8 ਪਦਿਆਂ ਦੇ ਜਿਹੜੇ ਸ਼ਬਦਾਂ ਦੀ ਆਰੰਭਤਾ ਹੈ। ਮਹੱਲਾ ਚੌਥਾ, ਮਹੱਲੇ ਪਦ ਦੇ 2 ਅਰਥ ਨੇ। ਅਰਬੀ ਵਿੱਚ ਮਹੱਲੇ ਦਾ ਅਰਥ ਬਾਦਸ਼ਾਹ ਹੈ। ਸੰਸਕ੍ਰਿਤ ਦੇ ਅੰਦਰ ਮਹੱਲੇ ਦਾ ਅਰਥ ਸਰੂਪ ਕੀਤਾ ਜਾਂਦਾ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਵਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਨਾਲ ਲਿਖ ਦਿੱਤਾ ਘਰ ਦੂਜਾ। ਜਿਸ ਵੇਲੇ ਰਾਗੀ ਸਿੰਘਾਂ ਨੇ ਇਹ ਸ਼ਬਦ ਦਾ ਗਾਇਨ ਕਰਨਾ, ਦੂਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਇਨ ਕਰਨਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ ਮੰਗਲ ਕੀਤਾ ਪਰਮਾਤਮਾ ਵਾਹਿਗੁਰੂ ਜੀ ਦਾ। ਇੱਕ ਪਰਮਾਤਮਾ ਵਾਹਿਗੁਰੂ ਸਜਾਤੀ ਵਜਾਤੀ ਸਵੈਗਤ ਭੇਦਾਂ ਤੋਂ ਰਹਿਤ ਇੱਕ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਹੈ ਤੇ ਗੁਰ ਕਹੀਏ ਚੇਤਨ ਸਰੂਪ ਹੈ। ਪ੍ਰਸਾਦ ਦਾ ਅਰਥ ਆਨੰਦ ਸਰੂਪ। ਐਸੇ ਅਕਾਲ ਪੁਰਖ ਪਰਮਾਤਮਾ ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਗਿਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਹੈ ਜਿਸ ਵੇਲੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਤਖਤ ਦੇ ਉੱਤੇ ਸੁਭਾਏਮਾਨ ਹੋਏ ਨੇ। ਗੁਰਤਾ ਗੱਦੀ ਦਾ ਤਖਤ ਆਪ ਜੀ ਨੂੰ ਪ੍ਰਾਪਤ ਹੋਇਆ
ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਬੇਨਤੀਆਂ ਕੀਤੀਆਂ। ਮਹਾਰਾਜ ਜੀ, ਜਿਸ ਵੇਲੇ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਸੀ, ਆਪ ਜੀ ਦੇ ਮਾਤਾ ਦਇਆ ਕੌਰ ਜੀ ਮੋਹ ਵਸ ਹੋ ਕਰਕੇ ਆਪ ਜੀ ਨੂੰ ਨਗਰ ਵਿੱਚ ਵਾਪਸ ਲੈ ਗਏ ਸਨ, ਤੇ ਘਰ ਦੇ ਵਿੱਚ ਜਾ ਕੇ ਆਪ ਜੀ ਦੀ ਅੰਦਰਲੀ ਜਿਹੜੀ ਅਵਸਥਾ ਉਹ ਕਿਸ ਤਰ੍ਹਾਂ ਦੀ ਬਣੀ ਰਹੀ, ਅੰਦਰਲੀ ਹਾਲਤ ਕਿਸ ਤਰ੍ਹਾਂ ਦੀ ਵਿਛੋੜੇ ਕਰਕੇ ਬਣੀ, ਉਹ ਕਿਰਪਾ ਕਰਕੇ ਦੱਸੋ। ਆਪਣੀ ਅੰਦਰਲੀ ਅਵਸਥਾ ਤੇ ਜਗਿਆਸੂ ਦੀ ਜਿਹੜੀ ਅੰਦਰਲੀ ਅਵਸਥਾ ਹੈ, ਆਪਣੇ ਮੁਖ ਦੇ ਦੁਆਰਾ ਸਤਿਗੁਰੂ ਜੀ ਇੱਥੇ ਉਚਾਰਨ ਕਰਦੇ ਨੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕਹਿੰਦੇ ਸਾਡੇ ਮਨ ਦੇ ਅੰਦਰ ਇਹ ਤਾਂਘ ਬਣੀ ਸੀ ਵਿਛੋੜੇ ਕਰਕੇ ਕਿ ਕੋਈ ਲਿਆ ਕਰਕੇ ਗੁਰੂ ਅਮਰਦਾਸ ਮਹਾਰਾਜ ਮੇਰੇ ਪਿਆਰੇ ਸਤਿਗੁਰਾਂ ਨੂੰ ਮਿਲਾਵੇ, ਸਾਨੂੰ ਮਿਲਾ ਦੇਣਾ ਕਰੇ। ਤਿਸ ਪੈ ਆਪ ਵਿਚਾਈ, ਜਿਹੜਾ ਸਤਿਗੁਰਾਂ ਦੇ ਨਾਲ ਸਾਡਾ ਮਿਲਾਪ ਕਰਵਾਉਣਾ ਕਰੇਗਾ ਉਹਦੇ ਪਾਸ ਤੇ ਅਸੀਂ ਆਪਣਾ ਆਪਾ ਹੀ ਵੇਚ ਦਿਆਂਗੇ, ਤਨ ਵੀ ਉਹਨੂੰ ਦੇ ਦਿਆਂਗੇ, ਮਨ ਵੀ ਉਹਨੂੰ ਸਮਰਪਿਤ ਕਰ ਦਿਆਂਗੇ ਤੇ ਧਨ ਵੀ ਉਹਦੇ ਅੱਗੇ ਰੱਖ ਦਿਆਂਗੇ। ਆਪਣਾ ਜਿਹੜਾ ਆਪਾ ਹੈ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਤੁਸੀਂ ਕਿਉਂ ਆਪਣਾ ਆਪ ਵੇਚਣਾ ਚਾਹੁੰਦੇ ਸੀ? ਦਰਸ਼ਨ ਹਰ ਦੇਖਣ ਕੈ ਤਾਈ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਜਿਹੜਾ ਪਾਪਾਂ ਦਾ ਹਾਰਕ ਹਰੀ ਪਰਮਾਤਮਾ, ਹਰ ਹਰ ਅੰਤੀ ਪਾਪਾਨੀ ਦੁਸ਼ਟ ਚਿਤ ਆਪੀ ਸਿਮਰਤਾ, ਐਸੇ ਹਰੀ ਪਰਮਾਤਮਾ ਦੇ ਦਰਸ਼ਨ ਦੇਖਣ ਦੇ ਵਾਸਤੇ ਆਪਣਾ ਆਪਾ ਵੇਚਣਾ ਚਾਹੁੰਦੇ ਸੀ। ਕਿਰਪਾ ਕਰਹਿ ਤਾਂ ਸਤਿਗੁਰ ਮਿਲੈ, ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ, ਮਿਹਰ ਦੀ ਨਜ਼ਰ ਕਰ ਦਿੰਦੇ ਨੇ, ਤਾਂ ਫਿਰ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਵਰਗੇ ਪੂਰਨ ਸਤਿਗੁਰਾਂ ਨਾਲ ਮੇਲਾ ਮਿਲੀਦਾ ਹੈ। ਪਰਮਾਤਮਾ ਦੀ ਕਿਰਪਾ ਦੇ ਨਾਲ ਸਤਿਗੁਰਾਂ ਨਾਲ ਮਿਲਿਆ ਜਾਂਦਾ ਹੈ। ਹਰ ਹਰ ਨਾਮ ਧਿਆਈ, ਪੂਰੇ ਗੁਰੂ ਦੇ ਨਾਲ ਮਿਲ ਕਰਕੇ ਕੀ ਕਰਨਾ ਹੈ? ਫਿਰ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆ ਕਰ ਬਿਰਤੀ ਦੇ ਦੁਆਰਾ ਧਿਆਉਣਾ ਕਰੀਦਾ ਹੈ। ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ। ਇਹ ਸੁਖ ਦੇਹ ਤਾ ਤੁਝ ਹੈ ਆਰਾਧੀ, ਜਗਿਆਸੂ ਦੇ ਅੰਦਰਲੀ ਜਿਹੜੀ ਅਵਸਥਾ ਹੋਇਆ ਕਰਦੀ, ਉਹ ਸਤਿਗੁਰਾਂ ਦੇ ਅੱਗੇ ਪਰਮਾਤਮਾ ਅੱਗੇ ਇਹ ਬੇਨਤੀ ਕਰਦਾ ਹੈ, ਜੇ ਸੁਖ ਦੇਹ ਤਾਂ ਤੁਝ ਹੈ ਆਰਾਧੀ। ਹੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਮੇਰੇ ਸਤਿਗੁਰੂ ਜੀ, ਜੇ ਕਿਤੇ ਤੁਸੀਂ ਮੈਨੂੰ ਜਿਹੜਾ ਸੁਖ ਵੀ ਦੇ ਦੇਣਾ ਕਰੋ, ਸੁੱਖਾਂ ਵਿੱਚ ਮੈਂ ਕਦੇ ਤੁਹਾਨੂੰ ਭੁੱਲਣਾ ਨਹੀਂ ਕਰਾਂਗਾ, ਤੁਹਾਨੂੰ ਹੀ ਆਰਾਧਨਾ ਕਰਾਂਗਾ, ਤੁਹਾਡਾ ਚਿੰਤਨ ਕਰਾਂਗਾ। ਦੁਖ ਵੀ ਤੁਝੈ ਧਿਆਈ, ਜੇ ਕਿਤੇ ਕਸਵੱਟੀ ਲਾ ਦੇਣ ਸਤਿਗੁਰੂ ਪਰਖ ਕਰਨ ਵਾਸਤੇ ਸੇਵਕ ਦੇ ਉੱਤੇ ਦੁੱਖ ਵੀ ਪਾ ਦੇਣ, ਉਹਨਾਂ ਦੁੱਖਾਂ ਵਿੱਚ ਵੀ ਤੁਝੈ ਤੁਹਾਡੇ ਤਾਈਂ ਹੀ ਧਿਆਈ ਮੈਂ ਧਿਆਉਂਦਾ ਰਹਾਂਗਾ। ਜੇ ਭੁੱਖ ਦੇਹ ਤਤ ਹੀ ਰਾਜਾ, ਜੇ ਪਰਮਾਤਮਾ ਵਾਹਿਗੁਰੂ ਕਿਤੇ ਅੰਨ ਦੀ ਤੋਟਤਾ ਕਰ ਦੇਵੇ, ਪਿਆਰੇ ਦੀ ਪਰਖ ਕਰਨ ਵਾਸਤੇ ਵੀ ਇਹਨੂੰ ਭੁੱਖਾ ਰੱਖਣਾ ਹੈ, ਭੋਜਨ ਨਹੀਂ ਦੇਣਾ, ਤਾਂ ਇਤ ਹੀ ਰਾਜਾ, ਤਾਂ ਉਸ ਦੇ ਅੰਦਰ ਮੈਂ ਆਪਣੇ ਆਪ ਨੂੰ ਰਜਿਆ ਹੋਇਆ ਹੀ ਸਮਝਣਾ ਕਰਾਂਗਾ। ਦੁੱਖ ਵਿੱਚ ਸੁਖ ਮਨਾਈ, ਜੇ ਕਿਤੇ ਦੁੱਖ ਵੀ ਆ ਕਰਕੇ ਪੈ ਜਾਣਾ ਕਰੇ, ਗੁਰੂ ਦੇ ਹੁਕਮ ਦੇ ਨਾਲ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਉਹ ਦੁੱਖਾਂ ਦੇ ਵਿੱਚ ਵੀ ਸੁੱਖ ਕਰਕੇ ਉਹਨੂੰ ਮਨਾਉਣਾ ਕਰਦਾ ਹੈ। ਕਿਉਂਕਿ ਗੁਰੂ ਦਾ ਪਿਆਰਾ ਸਮਝਦਾ ਵੀ ਜਿਹੜੇ ਸੁੱਖ ਨੇ ਇਹ ਚੰਗੇ ਕਰਮਾਂ ਕਰਕੇ ਨੇ, ਜੇ ਅੱਜ ਸੁੱਖ ਮਿਲਿਆ ਤੇ ਮੇਰਾ ਚੰਗਾ ਕਰਮ ਕੱਟਿਆ ਗਿਆ। ਜਿਹੜੇ ਦੁੱਖ ਨੇ ਇਹ ਮਾੜੇ ਕਰਮਾਂ ਕਰਕੇ ਨੇ, ਤੇ ਜੇਕਰ ਅੱਜ ਦੁੱਖ ਮਿਲਿਆ ਤੇ ਸਮਝੋ ਮੇਰਾ ਇੱਕ ਮਾੜਾ ਕਰਮ ਕੱਟਿਆ ਗਿਆ। ਇਸ ਲਈ ਜਦੋਂ ਆ ਕਰਕੇ ਕਿਤੇ ਦੁੱਖ ਵੀ ਮਿਲਦੇ ਨੇ, ਉਹਨਾਂ ਦੇ ਵਿੱਚ ਵੀ ਸੁੱਖ ਕਰਕੇ ਹੀ ਮਨਾਉਣਾ ਕਰਦਾ ਹੈ। ਤਨ ਮਨ ਕਾਟ ਕਾਟ ਸਭ ਅਰਪੀ, ਤਨ ਜਿਹੜਾ ਆਪਣਾ ਸਾਧ ਸੰਗਤ ਜੀ ਸਥੂਲ ਸਰੀਰ ਹੈ ਤੇ ਮਨ ਸੂਖਮ ਸਰੀਰ ਹੈ, ਕਾਟ ਕਾਟ ਸਭ ਅਰਪੀ,
ਤਨ ਸਰੀਰ ਦੀ ਜਿਹੜੀ ਦੇਹ ਅਧਿਆਸ ਹੰਗਤਾ ਚੁੱਕੀ ਫਿਰਦਾ ਹੈ, ਇਹ ਵੀ ਕੱਟ ਕੱਟ ਕੇ ਅਰਪਣ ਕਰ ਦਿੰਦਾ ਗੁਰੂ ਦੇ ਅੱਗੇ। ਮਨ ਦੀ ਜਿਹੜੇ ਅੰਦਰ ਸੰਕਲਪ ਤੇ ਵਿਕਲਪ ਹਨ, ਇਹਨਾਂ ਨੂੰ ਕੱਟ ਕਰਕੇ ਇਹ ਵੀ ਸਤਿਗੁਰਾਂ ਦੇ ਅੱਗੇ ਅਰਪਣ ਕਰ ਦਿੰਦਾ, ਰੱਖ ਦਿੰਦਾ ਹੈ। ਵਿੱਚ ਅਗਨੀ ਆਪ ਜਲਾਈ, ਆਪਣੇ ਆਪ ਨੂੰ ਅਗਨੀ ਅੱਗ ਦੇ ਵਿੱਚ ਵੀ ਜਲਾਈ ਜਾਲ ਦਿੰਦਾ ਕਿ ਜੇਕਰ ਮੇਰੇ ਪਿਆਰੇ ਗੁਰੂ ਦਾ ਮੈਨੂੰ ਮਿਲਾਪ ਹੁੰਦਾ ਹੋਵੇ ਤੇ ਅੱਗ ਦਾ ਸੇਕ ਵੀ ਉਹਨੂੰ ਦੁੱਖ ਨਹੀਂ ਦਿੰਦਾ ਹੈ। ਇਸੇ ਪ੍ਰਕਾਰ ਜਿਹੜੀ ਵਿੱਚ ਅਗਨੀ ਆਪ ਜਲਾਈ, ਅਗਨੀ ਕਿਹੜੀ ਹੈ? ਜਿਹੜੀ ਬ੍ਰਹਮ ਅਭਿਆਸ ਦੀ ਐਸੀ ਅੱਗ ਹੈ, ਇਹਦੇ ਵਿੱਚ ਆਪਣੀ ਦੇਹ ਹੰਗਤਾ ਨੂੰ ਜਲਾਈ ਸਾੜ ਦਿੰਦਾ, ਹੰਕਾਰ ਨੂੰ ਮਚਾ ਦਿੰਦਾ ਹੈ। ਅੱਖਾਂ ਫੇਰੀ ਪਾਣੀ ਢੋਵਾ, ਗੁਰੂ ਦੇ ਪਿਆਰਿਆਂ ਦੇ ਅੱਗੇ ਜਾ ਕਰਕੇ ਹੱਥਾਂ ਵਿੱਚ ਮੈਂ ਪੱਖਾ ਫੜ ਕਰਕੇ ਫੇਰੀ ਫੇਰਨਾ ਝੱਲਣਾ ਕਰਾਂ, ਪੱਖਾ ਫੇਰਾਂ ਤੇ ਨਾਲ ਉਹਨਾਂ ਨੂੰ ਇਸ਼ਨਾਨ ਕਰਵਾਉਣ ਵਾਸਤੇ, ਗੁਰੂ ਕੇ ਲੰਗਰਾਂ ਦੇ ਵਾਸਤੇ ਸਿਰ ਦੇ ਉੱਤੇ ਗਾਗਰਾਂ ਲੈ ਕਰਕੇ ਜਿਹੜਾ ਪਾਣੀ ਜਲ ਹੈ ਉਹ ਢੋਣਾ ਕਰਾਂ। ਪੱਖਾ ਫੇਰੀ, ਪੱਖਾ ਦਾ ਅਰਥ ਜਿਹੜੀ ਦੁਨੀਆ ਦੇ ਵੱਲ ਅੱਜ ਇਹ ਪੱਖ ਲਈ ਫਿਰਦਾ ਲੋਕਾਂ ਦਾ, ਇਦੋਂ ਫੇਰੀ ਆਪਣੇ ਆਪ ਨੂੰ ਫੇਰ ਲੈਂਦਾ ਹੈ, ਭਾਵ ਗੁਰੂ ਦੇ ਪੱਖ ਵਾਲਾ ਹੋ ਜਾਂਦਾ, ਦੁਨੀਆ ਦੇ ਪੱਖ ਨੂੰ ਤਿਆਗ ਦਿੰਦਾ ਹੈ। ਪਾਣੀ ਢੋਵਾ, ਪਾਣੀ ਕੀ ਹੈ? ਜਿਹੜਾ ਪ੍ਰੇਮ ਰੂਪੀ ਜਲ ਹੈ, ਇਸ ਨੂੰ ਢੋਣਾ ਕਰਦਾ, ਗੁਰੂ ਦੀਆਂ ਸੰਗਤਾਂ ਦੇ ਨਾਲ ਪ੍ਰੇਮ ਕਰਦਾ ਹੈ। ਜੋ ਦੇਵੈ ਸੋ ਖਾਈ, ਜਿਹੜਾ ਕੁਝ ਦੇਵੈ ਦਿੰਦਾ ਹੈ ਪਰਮਾਤਮਾ ਵਾਹਿਗੁਰੂ, ਕਰਮਾਂ ਦੇ ਅਨੁਸਾਰ ਉਹਨੂੰ ਖਾਣਾ ਕਰਦਾ, ਭਾਵ ਭਾਣੇ ਦੇ ਵਿੱਚ ਹੀ ਗੁਰੂ ਦੇ ਪਿਆਰੇ ਰਾਜੀ ਰਹਿੰਦੇ ਹਨ। ਨਾਨਕ ਗਰੀਬ ਟਹਿ ਪਿਆ ਦੁਆਰ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਨੇ, ਗਰੀਬ ਟਹਿ ਪਿਆ ਦੁਆਰੇ। ਗਰੀਬ ਕੀ ਹੈ? ਜਿਹਦੇ ਕੋਲ ਨਾਮ ਦਾ ਧਨ ਨਾ ਹੋਵੇ। ਮਹਾਰਾਜ ਅਸੀਂ ਨਾਮ ਧਨ ਤੋਂ ਸਖਣੇ ਹਾਂ, ਹੋਣ ਕਰਕੇ ਗਰੀਬ ਹਾਂ। ਆਪ ਜੀ ਦੇ ਦੁਆਰੇ ਦਰਵਾਜ਼ੇ ਦੇ ਉੱਤੇ ਢਹਿ ਪਏ, ਡਿੱਗ ਪਏ ਹਾਂ। ਔਰ ਮੇਲ ਲਹੋ ਵਡਿਆਈ, ਹੇ ਹਰੀ ਪਰਮਾਤਮਾ ਵਾਹਿਗੁਰੂ, ਆਪਣੇ ਚਰਨਾਂ ਦੇ ਨਾਲ ਸਾਨੂੰ ਮੇਲ ਮਿਲਾ ਲੈਣਾ ਕਰੋ, ਇਹਦੇ ਵਿੱਚ ਆਪ ਜੀ ਦੀ ਮਹਾਨ ਵਡਿਆਈ ਹੋਵੇਗੀ। ਕੀ ਕਾਢ ਧਰੀ ਚਰਨਾ ਤਲ, ਜਿਹੜੀਆਂ ਸਾਡੀਆਂ ਅੱਖਾਂ ਨੇ, ਸਾਡੇ ਨੇਤਰ ਹਨ, ਇਹਨਾਂ ਦੇ ਵਿੱਚੋਂ ਦੁਨੀਆ ਦਾ ਧਿਆਨ ਜਿਹੜਾ ਕੱਢ ਕਰਕੇ ਧਰੀ ਚਰਨਾ ਤਲ, ਆਪ ਜੀ ਦੇ ਚਰਨਾਂ ਦੇ ਹੇਠਾਂ ਮੈਂ ਆਪਣੇ ਨੇਤਰ ਰੱਖਦੇ ਆਂ, ਭਾਵ ਆਪਣੇ ਨੇਤਰਾਂ ਵਿੱਚ ਆਪ ਜੀ ਦੇ ਨਾਮ ਬਾਣੀ ਰੂਪ ਚਰਨਾਂ ਨੂੰ ਵਸਾ ਲਵਾਂ। ਸਭ ਧਰਤੀ ਫਿਰ ਮਤ ਪਾਈ, ਸਾਰੀ ਜਿਹੜੀ ਧਰਤੀ ਹੈ ਇਹਦੇ ਉੱਤੇ ਫਿਰ ਕੇ ਘੁੰਮ ਕੇ ਵੇਖ ਲੈਣਾ ਕੀਤਾ ਤੇ ਮਤ ਪਾਈ। ਅੱਜ ਗੁਰੂ ਦੇ ਕੋਲੋਂ ਮਤ ਸਿੱਖਿਆ ਲਈ ਹੈ ਕਿ ਜਿਸ ਨੇ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਪ੍ਰੇਮ ਕਰਕੇ ਪ੍ਰੇਮੀਆਂ ਨੇ ਪ੍ਰਾਪਤੀ ਕੀਤੀ ਹੈ। ਜੇ ਪਾਸ ਬਹਾਲਾ ਹੈ ਤਾਂ ਤੁਝ ਹੈ ਅਰਾਧੀ, ਜੇ ਸਤਿਗੁਰੂ ਜੀ ਤੁਸੀਂ ਆਪਣੇ ਪਾਸ ਆਪਣੀ ਗੋਦ ਦੇ ਵਿੱਚ ਸਾਨੂੰ ਬਹਾ ਲੈਣਾ ਕਰੋਗੇ, ਗੋਦੀ ਵਿੱਚ ਬਿਠਾਵੋਗੇ, ਤਾਂ ਫਿਰ ਆਪ ਜੀ ਨੂੰ ਉੱਥੇ ਆਰਾਧਨਾ ਕਰਾਂਗੇ। ਗੋਦੀ ਵਿੱਚ ਬੈਠ ਕਰਕੇ ਵੀ ਆਪ ਦੀ ਆਰਾਧਨਾ ਹੀ ਕਰਾਂਗੇ। ਜੇ ਮਾਰ ਕੱਢ ਹੈ ਭੀ ਧਿਆਈ, ਜੇ ਕਿਤੇ ਗੋਦ ਦੇ ਵਿੱਚੋਂ ਚਪੇੜ ਮਾਰ ਕਰਕੇ ਜਾਂ ਧੱਕਾ ਮਾਰ ਕਰਕੇ ਤੁਸੀਂ ਬਾਹਰ ਵੀ ਕੱਢ ਦੇਣਾ ਕਰੋ ਤੇ ਮਹਾਰਾਜ ਕੋਈ ਮਨ ਵਿੱਚ ਸਾਡੇ ਨਾਰਾਜ਼ਗੀ ਨਹੀਂ ਹੋਵੇਗੀ। ਫੇਰ ਵੀ ਆਪ ਜੀ ਨੂੰ ਹੀ ਮਹਾਰਾਜ ਅਸੀਂ ਧਿਆਉਂਦੇ ਰਹਾਂਗੇ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇਕਰ ਲੋਕ ਮੇਰੀ ਵਡਿਆਈ ਕਰਨਗੇ ਵੀ ਇਹ ਫਲਾਨਾ ਬਹੁਤ ਭਗਤ ਹੈ, ਉੱਚੇ ਸੁੱਚੇ ਜੀਵਨ ਵਾਲਾ ਹੈ, ਬੜੀ ਕਮਾਈ ਵਾਲਾ ਹੈ, ਮਹਾਰਾਜ ਮੇਰਾ ਹੱਡ ਚੰਮ ਦਾ ਸਰੀਰ, ਇਹਦੀ ਕਾਹਦੀ ਵਡਿਆਈ ਕਰਨੀ ਹੈ? ਜੇ ਕੋਈ ਮੇਰੀ ਵਡਿਆਈ ਕਰੇਗਾ ਤਾਂ ਉਹਦੇ ਵਿੱਚ ਵੀ ਤੇਰੀ ਉਪਮਾ, ਤੁਹਾਡੀ ਹੀ ਉਪਮਾ ਵਡਿਆਈ ਹੋਣੀ। ਇਹ ਸਰੀਰ ਵੀ ਤੁਸਾਂ ਨੇ ਦਿੱਤਾ, ਜਿਹੜਾ ਮਨ ਹੈ ਇਹ ਵੀ ਤੁਹਾਡਾ ਹੀ ਦਿੱਤਾ ਹੋਇਆ, ਬੁੱਧੀ ਵੀ ਤੁਹਾਡੀ ਹੈ, ਚਿੱਤ ਵੀ ਤੁਹਾਡਾ ਹੀ ਦਿੱਤਾ ਹੋਇਆ, ਗਿਆਨ ਕਰਮ ਇੰਦਰੀ ਵੀ ਤੁਹਾਡੇ ਦਿੱਤੇ ਹੋਏ ਨੇ।
ਹੇ ਮਹਾਰਾਜ ਸਾਹਿਬ ਜੀ, ਜੇ ਲੋਕ ਮੇਰੇ ਹੱਡ ਚੰਮ ਦੇ ਸਰੀਰ ਦੀ ਵਡਿਆਈ ਕਰਨਗੇ ਤਾਂ ਇਹਦੇ ਵਿੱਚ ਵੀ ਮੈਂ ਤੁਹਾਡੀ ਹੀ ਵਡਿਆਈ ਸਮਝਾਂਗਾ। ਜੇ ਨਿੰਦਾ ਤਾਂ ਛੋੜ ਨਾ ਜਾਈ। ਜੇ ਕੋਈ ਮੇਰੀ ਨਿੰਦਿਆ ਕਰੇਗਾ ਵੀ ਤਾਂ ਦੰਭੀ ਹੈ, ਇਹ ਪਖੰਡੀ ਹੈ, ਇਹ ਬਨੌਟੀ ਨਕਲੀ ਬਣਿਆ ਹੋਇਆ ਹੈ, ਤਾਂ ਇਸ ਤਰ੍ਹਾਂ ਦੇ ਬੋਲ ਕੋਈ ਬੋਲੇਗਾ। ਇਹੋ ਜੇ ਬੋਲ ਸੁਣ ਕਰਕੇ ਮੈਂ ਤੁਹਾਨੂੰ ਛੋੜ ਨਾ ਜਾਈ, ਕਦੇ ਵੀ ਛੱਡ ਕਰਕੇ ਦੂਰ ਨਹੀਂ ਜਾਵਾਂਗਾ। ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ। ਤੇ ਇਸ ਲਈ ਜੇਕਰ ਮੇਰਾ ਮਨ ਤੁਹਾਡੇ ਵੱਲ, ਮਨ ਦੀ ਜਿਹੜੀ ਚਿੱਤ ਦੀ ਵਿਰਤੀ ਤੁਹਾਡੇ ਵੱਲ ਮੇਰੀ ਜੁੜੀ ਰਹੇ ਤਾਂ ਕੋਈ ਕਿਹੋ ਆਖੋ। ਤਾਂ ਭਾਵੇਂ ਫਿਰ ਜਿਹੜਾ ਮਰਜੀ ਕੋਈ ਕੁਝ ਆਖਦਾ ਫਿਰੇ, ਮੈਨੂੰ ਪਰਵਾਹ ਨਹੀਂ ਹੋਵੇਗੀ। ਤੁਧ ਵਿਸਰਿਆ ਮਰ ਜਾਈ। ਮਹਾਰਾਜ ਜੀ, ਜਦੋਂ ਆਪ ਜੀ ਸਾਨੂੰ ਵਿਸਰ ਜਾਵੋਗੇ, ਭੁੱਲ ਜਾਵੋਗੇ ਤੇ ਸਾਡਾ ਮਰਨਾ ਹੋ ਜਾਵੇਗਾ। ਵਾਰ ਵਾਰ ਜਾਈ ਗੁਰ ਉੱਪਰ। ਆਪਣਿਆਂ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਰ-ਬਾਰ ਪੁਨः ਮੁੜ ਕਰਕੇ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ। ਤਾਰੀ ਸੰਤ ਮਨਾਈ। ਜਿਹੜੇ ਗੁਰੂ ਦੇ ਪਿਆਰੇ ਸੰਤ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਪੁਰਖ ਨੇ, ਉਹਨਾਂ ਦੇ ਪੈਰੀ ਚਰਨਾਂ ਤੇ ਪੈ ਕਰਕੇ ਮਨਾਈ। ਮੈਂ ਮਨੌਤ ਕਰਾਂ ਕਿ ਤੁਸੀਂ ਕਿਵੇਂ ਮਿਲੇ ਹੋ ਗੁਰੂ ਨਾਲ ਤੇ ਸਾਨੂੰ ਵੀ ਮਿਲਾ ਦਿਓ। ਨਾਨਕ ਵਿਚਾਰਾ ਭਇਆ ਦੀਵਾਨਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਅਸੀਂ ਤੇ ਵਿਚਾਰਾ ਦੀਨ, ਇੱਛਾ ਭੈ ਸੰਜੋਗਤ। ਦੀਨ ਦੇ ਤਿੰਨ ਅਰਥ ਨੇ ਤੇ ਦੁਖੀ ਵੀ ਇਹਦਾ ਅਰਥ ਕੀਤਾ ਜਾਂਦਾ। ਅਸੀਂ ਵਿਚਾਰਾ ਜਿਹੜੇ ਦੀਨ, ਦੁਖੀ, ਇੱਛਾ ਭੈ ਸੰਜੋਗਤ ਹਾਂ, ਭਇਆ ਦੀਵਾਨਾ ਤੇ ਮਸਤਾਨੀ ਵਿਰਤੀ ਵਾਲੇ ਹਾਂ। ਹਰ ਤਉ ਦਰਸ਼ਨ ਕੈ ਤਾਈ। ਸਾਡੀ ਇਹ ਹਾਲਤ ਕਿਉਂ ਬਣ ਜਾਣਾ ਕੀਤੀ, ਵਿਚਾਰੇ ਦੀਨ ਕਿਉਂ ਹੋਏ, ਦੀਵਾਨਾ ਝੱਲੇ ਕਿਉਂ ਬਣ ਗਏ ਹਾਂ। ਹੇ ਹਰੀ ਪਰਮਾਤਮਾ, ਆਪ ਜੀ ਦੇ ਦਰਸ਼ਨਾਂ ਦੇ ਤਾਈਂ ਅਸੀਂ ਖੋਜਦੇ ਹਾਂ, ਚਾਹੁੰਦੇ ਹਾਂ। ਝੱਖੜ ਝਾਗੀ ਮੀਹੋ ਵਰਸੈ। ਜੇਕਰ ਕਿਤੇ ਝੱਖੜ ਵੀ ਚੱਲਦਾ ਹੋਵੇ, ਝੱਖੜ ਦਾ ਅਰਥ ਹੁੰਦਾ ਤੇ ਜਦੋਂ ਕਾਲੇ ਬੱਦਲ ਉੱਪਰ ਛਾਏ ਹੋਣ, ਹੇਠੋਂ ਮਿੱਟੀ ਘੱਟਾ ਉੱਡ ਕਰਕੇ ਧਰਤੀ ਅਸਮਾਨ ਇੱਕੋ ਜਿਹਾ ਬਣ ਜਾਵੇ, ਉਹਨੂੰ ਝੱਖੜ ਕਹਿੰਦੇ ਨੇ। ਤੇ ਝਾਗੀ ਨਾਮ ਹੁੰਦਾ ਹਨੇਰੀ ਦਾ। ਕਿਤੇ ਝੱਖੜ ਵੀ ਝੁਲਦੇ ਹੋਣ, ਜਿਹੜੇ ਦਰਖਤਾਂ ਨੂੰ ਤੋੜਨ ਦਾ ਬਲ ਰੱਖਦੇ ਹੋਣ, ਤੇਜ ਹਨੇਰੀਆਂ ਵੀ ਚੱਲਦੀਆਂ ਹੋਣ ਤੇ ਮੀਂਹ ਵੀ ਬਰਸੈ ਬਰਖਦਾ ਹੋਵੇ, ਗੁਰ ਦੇਖਣ ਜਾਈ। ਤਾਂ ਵੀ ਗੁਰੂ ਦਾ ਪਿਆਰਾ ਜਿਹੜਾ ਹੈ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਦੇਖਣ ਵਾਸਤੇ ਜਾਈ ਜਾਂਦਾ ਹੈ। ਲੋਭ ਦਾ ਝੱਖੜ ਹੋਵੇ ਤੇ ਅਵਿਦਿਆ ਦੀ ਹਨੇਰੀ ਚੱਲਦੀ ਹੋਵੇ ਤੇ ਐਸਾ ਮੋਹ ਰੂਪੀ ਬੱਦਲਾਂ ਵਿੱਚੋਂ ਕਿਤੇ ਪਦਾਰਥਾਂ ਦਾ ਮੀਂਹ ਪੈਂਦਾ ਹੋਵੇ, ਤਾਂ ਵੀ ਜਗਿਆਸੂ ਗੁਰੂ ਦੇ ਕੋਲ ਜਾਂਦਾ ਹੈ ਗੁਰੂ ਦਾ ਸਿੱਖ। ਸਮੁੰਦਰ ਸਾਗਰ ਹੋਵੇ ਬਹੁ ਖਾਰਾ। ਸਮੁੰਦਰ ਹੁੰਦਾ ਲੱਖ ਜੋਜਨ ਦਾ, ਸਾਗਰ ਹੁੰਦਾ 100 ਜੋਜਨ ਦਾ, ਤੇ ਇਸ ਪ੍ਰਕਾਰ ਇਹਨਾਂ ਦੋਹਾਂ ਵਿੱਚ ਬਹੁਤ ਹੀ ਖਾਰਾਪਣ ਵੀ ਹੋਵੇ। ਔਰ ਸਿੱਖ ਲੰਘ ਗੁਰ ਪਹਿ ਜਾਈ। ਐਸੇ ਸਮੁੰਦਰਾਂ ਤੋਂ ਪਾਰ ਲੰਘ ਕਰਕੇ, ਸਾਗਰਾਂ ਤੋਂ ਪਾਰ ਲੰਘ ਕਰਕੇ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਕੋਲ ਹਰ ਹਾਲਤ ਦੇ ਵਿੱਚ ਜਾਈ ਜਾਂਦਾ ਹੈ। ਕਿਉ ਪ੍ਰਾਣੀ ਜਲ ਬਿਨ ਹੈ ਮਰਤਾ। ਜਿਵੇਂ ਪ੍ਰਾਣਾ ਧਾਰੀ ਜਿਹੜਾ ਜੀਵ ਇਹ ਮਨੁੱਖ ਹੈ, ਇਹ ਜਲ ਤੋਂ ਬਿਨਾ, ਪਾਣੀ ਤੋਂ ਬਿਨਾ ਮਨੁੱਖ ਦਾ ਮਰਨਾ ਹੋ ਜਾਂਦਾ। ਸਿੱਖ ਗੁਰ ਬਿਨ ਮਰ ਜਾਈ। ਇਸੇ ਪ੍ਰਕਾਰ ਗੁਰੂ ਦਾ ਸਿੱਖ ਆਪਣੇ ਗੁਰੂ ਤੋਂ ਬਿਨਾ ਮਰ ਜਾਂਦਾ। ਗੁਰੂ ਦੀ ਜਿਹੜੀ ਬਾਣੀ ਹੈ, ਇਸ ਤੋਂ ਬਿਨਾ ਮੁਰਦਾ ਹਾਲਤ ਬਣ ਜਾਂਦੀ ਹੈ। ਜੋ ਧਰਤੀ ਸੋਭ ਕਰੇ ਜਲ ਵਰਸੈ। ਜਦੋਂ ਜਲ ਵਰਸਦਾ ਹੈ, ਭਾਵ ਮੀਂਹ ਵਰਦਾ ਹੈ, ਉਸ ਵੇਲੇ ਧਰਤੀ ਦੀ ਬਹੁਤ ਭਾਰੀ ਸ਼ੋਭਾ ਹੁੰਦੀ, ਕਿਉਂਕਿ ਹਰਿਆਵਲਤਾ ਬਣ ਜਾਂਦੀ ਹੈ। ਸਿੱਖ ਗੁਰ ਮਿਲ ਬਿਗਸਾਈ। ਇਸੇ ਪ੍ਰਕਾਰ ਗੁਰੂ ਦਾ ਸਿੱਖ ਗੁਰੂ ਨਾਲ ਮਿਲ ਕਰਕੇ ਬਿਗਸਾਈ, ਫਿਰ ਆਨੰਦ ਹੁੰਦਾ, ਪ੍ਰਸੰਨ ਹੋ ਜਾਂਦਾ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰੂ ਰੂਪ ਬੱਦਲ ਨਾਮ ਜਲ ਦੀ ਵਰਖਾ ਕਰਦੇ ਨੇ, ਸਿੱਖ ਦੀ ਜਿਹੜੀ ਬੁੱਧੀ ਰੂਪ ਧਰਤੀ ਹੈ,
ਇਹ ਸਭ ਗੁਣਾ ਕਰਕੇ ਹਰਿਆਵਲਤਾ ਦੇ ਸੰਯੁਕਤ ਹੋ ਜਾਂਦੀ ਹੈ। ਗੁਰੂ ਨਾਲ ਮਿਲ ਕਰਕੇ ਬਗਸਾਈ ਖੇੜਾ ਬਣਦਾ, ਆਨੰਦ ਮਾਣੀਦਾ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਜਿਹੜੇ ਐਸੇ ਗੁਰੂ ਦੇ ਪਿਆਰੇ ਸੇਵਕ ਹਨ, ਉਹਨਾਂ ਦਾ ਅੱਗੇ ਮੈਂ ਸੇਵਕ ਹੋ ਕਰਕੇ ਵਰਤਣਾ ਕਰਾਂ। ਕਰ ਕਰ ਬਿਨੋ ਬੁਲਾਈ, ਗੁਰੂ ਦੇ ਪਿਆਰਿਆਂ ਨੂੰ ਬਿਨੋਂ ਬੇਨਤੀ ਦੇ ਸ਼ਬਦ ਨਿਮਰਤਾ ਦੇ ਵਿੱਚ ਆ ਕਰਕੇ ਬੁਲਾਈ, ਉਹਨਾਂ ਨੂੰ ਬੁਲਾਉਣਾ ਕਰਾਂ। ਨਾਨਕ ਕੀ ਬੇਨੰਤੀ ਹਰ ਪਹਿ, ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਪਾਸ ਸਾਡੀ ਬੇਨਤੀ ਅਰਦਾਸ ਹੈ। ਗੁਰ ਮਿਲ ਗੁਰ ਸੁਖ ਪਾਈ, ਕਿਉਂਕਿ ਗੁਰੂ ਦੇ ਨਾਲ ਮਿਲ ਕਰਕੇ ਗੁਰ ਦਾ ਅਰਥ ਵੱਡਾ ਜਿਹੜਾ ਮਹਾਨ ਬ੍ਰਹਮਾਨੰਦ ਦਾ ਸੁਖ ਪਾਈ ਪ੍ਰਾਪਤ ਕਰ ਲਈਦਾ ਹੈ। ਉਹ ਆਪੇ ਗੁਰ ਚੇਲਾ ਹੈ ਆਪੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਗੁਰੂ ਨਾਨਕ ਸਾਹਿਬ ਸਰੂਪ ਗੁਰੂ ਹੋ ਤੇ ਚੇਲਾ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਦਾ ਸਰੂਪ ਵੀ ਆਪੇ ਹੋ। ਗੁਰ ਵਿੱਚ ਦੇ ਤੁਝਹਿ ਧਿਆਈ, ਇਸ ਲਈ ਹੈ ਸਤਿਗੁਰੂ ਪਾਤਸ਼ਾਹ ਮੈਨੂੰ ਵੀ ਵਿੱਚ ਵਿਚੋਲਗੀ ਦੇਣੀ ਕਰੋ, ਫਿਰ ਮੈਂ ਆਪ ਜੀ ਨੂੰ ਸਦਾ ਧਿਆਉਂਦਾ ਰਹਾ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਜਿਹੜੇ ਵਾਹਿਗੁਰੂ ਜੀ ਆਪ ਜੀ ਨੂੰ ਸੇਵਦੇ ਨੇ, ਤੁਹਾਡਾ ਸਿਮਰਨ ਚਿੰਤਨ ਕਰਦੇ, ਇੱਕ ਦਿਨ ਆਪ ਦਾ ਰੂਪ ਹੀ ਹੋ ਜਾਂਦੇ ਹਨ। ਤੁਧ ਸੇਵਕ ਪੈਜ ਰਖਾਈ, ਤੁਧ ਤੁਸਾਂ ਨੇ ਆਪ ਜੀ ਨੇ ਆਪਣੇ ਸੇਵਕਾਂ ਦੀ ਪੈਜ ਪੱਤ ਇੱਜ਼ਤ ਰੱਖੀ ਹੈ ਤੇ ਸਾਡੀ ਅੱਗੇ ਸੇਵਕਾਂ ਦੀ ਵੀ ਰੱਖਣੀ ਕਰੋਗੇ। ਹਰ ਭਰੇ ਭਗਤੀ ਹਰ ਤੇਰੇ, ਇਹ ਹਰੀ ਵਾਹਿਗੁਰੂ ਜੀ ਆਪ ਜੀ ਦੇ ਭੰਡਾਰੇ ਤਾਂ ਭਗਤੀ ਨਾਲ ਭਰੇ ਪਏ ਨੇ। ਜਿਹੜੇ ਆਪ ਦੇ ਸੰਤ ਨੇ ਸਿਮਰਨ ਕਰਨ ਵਾਲੇ, ਉਹਨਾਂ ਦੇ ਹਿਰਦੇ ਰੂਪ ਜਿਹੜੇ ਭੰਡਾਰੇ ਭਗਤੀ ਨਾਲ ਭਰੇ ਪਏ ਨੱਕੋ ਨੱਕ। ਜਿਸ ਭਾਵੈ ਤਿਸ ਦੇਵਾਈ, ਜਿਹੜੇ ਵਾਹਿਗੁਰੂ ਨੂੰ ਭਾਵੈ ਭਾ ਜਾਂਦੇ, ਜਿਨ੍ਹਾਂ ਦੀ ਸ਼ਰਧਾ ਭਾਉਂਦੀ ਚੰਗੀ ਲੱਗਦੀ, ਉਹਨਾਂ ਨੂੰ ਗੁਰੂ ਦੇ ਕੋਲੋਂ ਸਾਧ ਸੰਗਤ ਵਿੱਚੋਂ ਭਗਤੀ ਦਵਾਈ ਦਵਾ ਦਿੰਦਾ ਹੈ। ਜਿਸ ਤੋਂ ਦੇ ਸੋਈ ਜਨ ਪਾਏ, ਜਿਸ ਨੂੰ ਸ਼ਰਧਾ ਭਾਵਨਾ ਵੇਖ ਕੇ ਤੁਸੀਂ ਭਗਤੀ ਦੀ ਦਾਤ ਦਿੰਦੇ, ਉਹੀ ਗੁਰੂ ਦਾ ਪਿਆਰਾ ਭਗਤੀ ਦੀ ਦਾਤ ਪਾਉਂਦਾ ਹੈ। ਹੋਰ ਨੇ ਫੁੱਲ ਸਭ ਚਤੁਰਾਈ, ਬਾਕੀ ਵੇਦਾਂ ਸ਼ਾਸਤਰਾਂ ਦੀਆਂ ਜਿੰਨੀਆਂ ਵਿਦਿਆ ਚਤੁਰਾਈ ਦੀਆਂ ਗੱਲਾਂ ਸਾਰੀਆਂ ਨਿਹਫਲ ਨੇ, ਕਿਸੇ ਲੇਖੇ ਵਿੱਚ ਨਹੀਂ ਹਨ। ਸਿਮਰ 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 ਗੁਰ ਆਪਣਾ, ਆਪਣਿਆਂ ਸਤਿਗੁਰਾਂ ਨੂੰ ਮਨ ਕਰਕੇ ਸਿਮਰਿਆ ਕਰ, ਬਾਣੀ ਕਰਕੇ ਸਿਮਰਿਆ ਕਰ ਤੇ ਸਰੀਰ ਕਰਕੇ ਗੁਰੂ ਦਾ ਸਿਮਰਨ ਕਰ। ਸੋਇਆ ਮਨ ਜਾਗਾਈ, ਜਿਹੜਾ ਮਨ ਅਵਿਦਿਆ ਦੀ ਨੀਂਦ ਵਿੱਚ ਸੋਇਆ ਸੁੱਤਾ ਪਿਆ ਹੈ, ਗਿਆਨ ਦੀ ਜਾਗਰਤ ਅਵਸਥਾ ਵਿੱਚ ਜਗਾਈ ਇਹ ਜਾਗ ਪੈਂਦਾ ਹੈ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਅਸੀਂ ਤੇ ਵਿਚਾਰੇ ਗਰੀਬ ਦੀਨ ਇੱਛਾ ਭੈ ਸੰਯੁਕਤ ਹੋ ਕਰਕੇ ਆਪ ਜੀ ਦੇ ਕੋਲੋਂ ਇੱਕੋ ਇੱਕ ਦਾਨ ਮੰਗਦੇ ਹਾਂ। ਔਰ ਦਾਸਨ ਦਾਸ ਕਰਾਈ, ਕਿਹੜਾ ਦਾਨ ਸਾਨੂੰ ਦੇਣਾ ਕਰੋ ਹਰੀ ਵਾਹਿਗੁਰੂ, ਤੇਰੇ ਦਾਸਾਂ ਦੇ ਦਾਸ ਸਾਨੂੰ ਕਰਾਈ ਕਰ ਦਿਓ। ਇੰਨੀ ਨਿਮਰਤਾ ਦੇ ਦਿਓ ਕਿ ਸੇਵਕਾਂ ਦੇ ਸੇਵਕ ਬਣ ਜਾਈਏ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਕਿਤੇ ਗੁਰੂ ਸਾਹਿਬ ਸਾਡੇ ਕੋਈ ਔਗਣ ਵੇਖ ਕਰਕੇ ਝਿੜਕਦੇ ਨੇ ਤਾਂ ਗੁਰੂ ਦਾ ਝਿੜਕਿਆ ਹੋਇਆ ਵੀ ਮਿੱਠਾ ਲੱਗਦਾ ਜਗਿਆਸੂ ਨੂੰ। ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਸਤਿਗੁਰੂ ਬਖਸ਼ ਲੈਣਾ ਕਰਨ ਤੇ ਇਹਦੇ ਵਿੱਚ ਭਾਈ ਗੁਰੂ ਦੀ ਹੀ ਵਡਿਆਈ ਹੁੰਦੀ ਹੈ। ਮੁਖ ਬੋਲੇ ਸੋ ਥਾਏ ਪਾਏ, ਜਿਹੜੇ ਗੁਰਮੁਖ ਪਿਆਰੇ ਬਚਨ ਬੋਲਦੇ ਉਹ ਥਾਏ ਪੈਂਦੇ ਨੇ, ਲੇਖੇ ਪੈਂਦੇ, ਭਾਵ ਸਫਲੇ ਹੁੰਦੇ ਉਹਨਾਂ ਦੇ ਬੋਲ। ਮੁਖ ਕਿਸ ਥਾਏ ਨਾ ਪਾਈ, ਮਨਮੁਖ ਬੰਦੇ ਦਾ ਬੋਲਿਆ ਇੱਕ ਵੀ ਬੋਲ ਜਿਹੜਾ ਥਾਏ ਨਹੀਂ ਪੈਂਦਾ, ਲੇਖੇ ਵਿੱਚ ਨਹੀਂ ਗਿਣਿਆ ਜਾਂਦਾ। ਪਾਲਾ ਕੱਕਰ ਵਰਫ ਵਰਸਾ, ਜੇ ਕਿਤੇ ਪਾਲਾ ਵੀ ਪੈਂਦਾ ਹੋਵੇ, ਕੱਕਰ ਵੀ ਪੈਂਦਾ, ਕੋਰਾ ਵੀ ਪੈਂਦਾ ਹੋਵੇ ਤੇ ਨਾਲ ਬਰਫ਼ ਵੀ ਵਰਸਦੀ ਹੋਵੇ। ਗੁਰ ਸਿੱਖ ਗੁਰ ਦੇਖਣ ਜਾਈ, ਗੁਰੂ ਦਾ ਪਿਆਰਾ ਜਿਹੜਾ ਗੁਰਸਿੱਖ ਹੈ, ਗੁਰੂ ਦੇ ਦਰਸ਼ਨ ਦੇਖਣ ਵਾਸਤੇ ਜਾਂਦਾ, ਨਾ ਪਾਲੇ ਦੀ ਪਰਵਾਹ ਕਰਦਾ, ਨਾ ਕੱਕਰ ਤੋਂ ਭੈ ਮੰਨਦਾ ਹੈ, ਨਾ ਬਰਫ਼ ਤੋਂ ਡਰਦਾ ਹੈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਅਸੀਂ ਤੇ ਸਾਰੇ ਦਿਨ ਦਿਨਾਂ ਵਿੱਚ ਤੇ ਰਹਿਣ ਰਾਤਾਂ ਦੇ ਵਿੱਚ ਆਪਣੇ ਗੁਰੂ ਨੂੰ ਹੀ ਦੇਖੋ ਦੇਖਣਾ ਕਰਦੇ ਹਾਂ।
ਅੱਖੀ ਗੁਰ ਪਹਿਰ ਤਰਾਈ ਕਿਉਂਕਿ ਸਾਡੇ ਜਿਹੜੀਆਂ ਅੱਖਾਂ ਸਾਡੇ ਨੇਤਰ ਹਨ, ਇਹਨਾਂ ਵਿੱਚ ਗੁਰੂ ਨੇ ਆਪਣੇ ਪੈਰ ਧਰਾਈ ਧਰ ਦਿੱਤੇ ਨੇ, ਨਾਮ ਬਾਣੀ ਦੇ ਚਰਨ ਰੱਖ ਦਿੱਤੇ ਗੁਰੂ ਨੇ। ਅਨੇਕ ਭਾਵ ਕਰੀ ਗੁਰ ਕਾਰਨ ਗੁਰੂ ਸਾਹਿਬ ਦੀ ਪ੍ਰਾਪਤੀ ਦੇ ਵਾਸਤੇ ਅਨੇਕਾਂ ਕਾਰਨ ਜਿਹੜੇ ਸਾਧਨ ਢੰਗ ਤਰੀਕੇ ਕਰੀ ਕਰਦਾ ਹੈ ਜਗਿਆਸੂ। ਗੁਰ ਭਾਵੈ ਸੋ ਥਾਏ ਪਾਈ ਅਨੇਕਾਂ ਢੰਗਾਂ ਤਰੀਕਿਆਂ ਦੇ ਵਿੱਚੋਂ ਜਿਹੜਾ ਗੁਰੂ ਨੂੰ ਭਾਵੈ ਭਾ ਜਾਂਦਾ ਹੈ ਤੇ ਉਹੀ ਥਾਏ ਪੈਂਦਾ, ਸਫਲਾ ਹੁੰਦਾ ਸਾਧਨ ਕੀਤਾ ਹੋਇਆ। ਰਾਨ ਦਿਨ ਸਗੁਰ ਚਰਨ ਅਰਾਧੀ ਅਸੀਂ ਸਾਰੇ ਰਹਿਣ ਰਾਤਾਂ ਦੇ ਵਿੱਚ ਤੇ ਦਿਨ ਸਦਿਨਾਂ ਵਿੱਚ ਗੁਰੂ ਦੇ ਚਰਨਾਂ ਦਾ ਆਰਾਧਨ ਕਰਦੇ ਹਾਂ, ਚਿੰਤਨ ਕਰਦੇ ਹਾਂ। ਦਇਆ ਕਰੋ ਮੇਰੇ ਸਾਈ ਇਹ ਮੇਰੇ ਸਾਰਿਆਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਈ ਆਤਮਾ ਕਰਕੇ ਵਰਤਨ ਵਾਲੇ ਮੇਰੇ ਮਾਲਕ ਵਾਹਿਗੁਰੂ ਜੀ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਨਾਨਕ ਕਾ ਜੀਉ ਪਿੰਡ ਗੁਰੂ ਹੈ ਸਾਡਾ ਤੇ ਜੀਉ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ, ਇਹ ਸਾਰਾ ਕੁਝ ਸਤਿਗੁਰੂ ਹੀ ਹਨ। ਗੁਰ ਮਿਲ ਤ੍ਰਿਪਤ ਅਗਾਈ ਜਦੋਂ ਗੁਰਾਂ ਦੇ ਨਾਲ ਸਿੱਖ ਆ ਕੇ ਮਿਲ ਜਾਂਦਾ, ਦੁਨੀਆ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਰਜ ਜਾਂਦਾ ਤੇ ਬਕੁੰਠ ਦੇ ਜਿਹੜੇ ਪਦਾਰਥ ਸੁੱਖ ਨੇ ਉਹਨਾਂ ਵੱਲੋਂ ਵੀ ਅਗਾਈ ਜਿਹੜੀ ਤ੍ਰਿਪਤੀ ਆ ਜਾਂਦੀ, ਰਜ ਆ ਜਾਂਦਾ ਹੈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ ਸਾਡਾ ਤੇ ਪ੍ਰਭੂ ਜਿਹੜਾ ਮਾਲਕ ਪਰਮਾਤਮਾ ਵਾਹਿਗੁਰੂ ਸਾਰਿਆਂ ਵਿੱਚੋਂ ਆਤਮਾ ਕਰਕੇ ਪਰਿਪੂਰਨ ਵਿਆਪਕ ਹੋ ਰਿਹਾ। ਜਤ ਕਤ ਤਤ ਗੋਸਾਈ ਜਤ ਕਤ ਦਾ ਅਰਥ ਜਿੱਧਰ ਕਿੱਧਰ ਵੀ ਨਜ਼ਰ ਮਾਰ ਕੇ ਵੇਖਦੇ ਹਾਂ, ਤਤ ਉਹ ਗੋ ਸ੍ਰਿਸ਼ਟੀ ਦਾ ਜਿਹੜਾ ਸਾਈ ਮਾਲਕ ਹੈ। ਐਸਾ ਪਰਮਾਤਮਾ ਵਾਹਿਗੁਰੂ ਜਲੇ ਹਰੀ ਥਲੇ ਹਰੀ ਜਮੀ ਹਰੀ ਜਮਾ ਹਰੀ ਮਕੀ ਹਰੀ ਮਕਾਂ ਹਰੀ, ਸਾਰੇ ਥਾਵਾਂ ਤੇ ਪਰਮਾਤਮਾ ਦੀ ਜੋਤ ਹੈ। ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਹੁਕਮਨਾਮਾ ਸਾਹਿਬ ਦੇ ਦੁਆਰਾ ਬਖਸ਼ੇ ਹਨ। ਇੰਨੀ ਕੋ ਕਿਰਪਾ ਸਤਿਗੁਰੂ ਕਰ ਦੇਣ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।